दंडौत बंदन अनेक बार, सर्व कला समरथ, डोलन ते रखो प्रभु। नानक दे कर हथ, हम भीखक पेखारी तेरे। तू निज पत है दाता, हो दयाल नाम देहो मंगत जन को। सदा रहो रंग रता, हम बलिहारे जाओ साचे तेरे नाम विटो। करण कारण सबना का एको, अवर न दूजा कोई। बहुते फेर पे कृपन को, अब किश कृपा कीजा। हो दयाल दर्शन देहो अपना, ऐसी बख्श करी जा। पंत नानक परम पद खुले, गुर प्रसादी जानिया। साची लिव लागी है भीतर, सतगुर स्यों मन मानिया। तू बेअंत को विरला जाना, गुर प्रसाद को शब्द पछाणा। सेवक की अरदास प्यारे, जप जीवन प्रभु चरण तुम्हारे। हर बेअंत हो मित कर वर्णो, क्या जाना हुए कैसोरे। करो बेनती सतगुर अपने, मैं मूर्ख देहो उपदेसो रे। ज्ञान ध्यान किश कर्म न जाना, नाहिन निर्मल करणी। साध संगत का अंचल लावहो, बिखम नदी जाए तरणी। सतनाम श्री वाहिगुरु साहिब जीओ। सोचै सोच न होई, जे सोची लख वार। चुपै चुप न होई, जे लाए रहा लिवतार। भुखिया भुख न उतरी, जे बन्ना पुरियां भार। सहस सियाणपा लख होए, तां इक ना चलै नाल। किव सचियारा होइए, किव कूड़ै टुटै पाल। हुक्म रजाई चलना, नानक लिखिया नाल। वाहिगुरु जी का खालसा, वाहिगुरु जी की फतेह। सतगुरां दी साजी नवाजी परम सन्मानयोग गुरु का रूप खालसा साध संगत जी। सतगुरां दी अपार कृपा दा सदका, पार ब्रह्म होवा सहाई। कथा कीर्तन सुखदाई, वाहिगुरु जी की बख्शिश दे पात्र आप जी बन रहे हो। शामा दे समय दे दीवान अंदर रहराज साहब दे पाठ तो उपरंत रागी ਸਿੰਘਾਂ ने हजूर दी पावन बाणी का शब्द कीर्तन आप जी नूं सरवण कराया है। जिस कीर्तन की महिमा करदियां हजूर कहंदे ने, कल युग मैं कीर्तन प्रधाना। गुरमुख जपिया लाए ध्याना। आप तरा सगले कुल तारा, हर दरगह पद स्यों जाएदा। और गुरसिख रैत सुनो है मीत, प्रभाते उठ कर हित चीत।
ਵਾਹਿਗੁਰੂ ਫੁਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜ੍ਹੈ ਜਪ ਜਾਪ। ਸੰਧਿਆ ਸਮੈ ਸੁਨੈ ਰਹਿ ਰਾਸ, ਕਥਾ ਕੀਰਤਨ ਸੁਣੈ ਹਰਿ ਜਾਸ। ਇਨਮੈ ਨੇਮ ਜੋ ਏਕ ਨਿਭਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਇਉਂ ਰਹਿਤਨਾਮੇ ਦੇ ਇਹ ਬਚਨ ਹਨ। ਇਸ ਕਰਕੇ ਸਤਿਗੁਰੂ ਜੀ ਦੀ ਕਿਰਪਾਲਤਾ ਹੋਈ ਹੈ। ਕੀਰਤਨ ਆਪ ਜੀ ਸਰਵਣ ਕਰ ਚੁੱਕੇ ਹੋ। ਹੁਣ ਕਥਾ ਦਾ ਸਮਾਂ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਧਾਨ ਅਤੇ ਪ੍ਰਮੁੱਖ ਬਾਣੀ, ਜਿਸ ਨੂੰ ਜਪਜੀ ਸਾਹਿਬ ਕਿਹਾ ਜਾਂਦਾ ਹੈ, ਇਸ ਦੀ ਕਥਾ ਜੋ ਆਰੰਭ ਹੋਈ ਹੈ, ਮੂਲ ਮੰਤਰ ਦੇ ਅਰਥ ਕੱਲ੍ਹ ਦੇ ਦੀਵਾਨ 'ਚ ਹੋ ਚੁੱਕੇ ਹਨ ਔਰ ਅਗਲੀ ਜੋ ਪਹਿਲੀ ਪੌੜੀ ਹੈ ਇਸ ਜਪਜੀ ਸਾਹਿਬ ਦੀ, ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਦੇ ਨਾਲ ਹਜ਼ੂਰ ਦੀ ਵਿਚਾਰ ਚਰਚਾ ਹੋ ਰਹੀ ਹੈ ਔਰ ਪ੍ਰਸ਼ਨ ਹੈ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਕਿਸ ਤਰ੍ਹਾਂ ਸਚਿਆਰੇ ਹੋਈਏ ਤੇ ਅੰਦਰੋਂ ਝੂਠ ਦੀ ਕੰਧ ਜਿਹੜੀ ਹੈ ਉਹ ਕਿਵੇਂ ਟੁੱਟ ਜਾਏ। ਤਾਂ ਹਜ਼ੂਰ ਸਿੱਧਾਂ ਨੂੰ ਕਹਿਣ ਲੱਗੇ, ਪਹਿਲਾਂ ਤੁਸੀਂ ਆਪਣੇ ਵਿਚਾਰ ਦੱਸੋ। ਉਹਨਾਂ ਨੇ ਸਾਧਨ ਦੱਸੇ। ਇੱਕ ਤਾਂ ਸਰੀਰਕ ਸਾਧਨਾ ਹੈ, ਸੁੱਚ ਪਵਿੱਤਰਤਾ, ਨੇਤੀ ਧੋਤੀ ਕਰਮ ਕਰਨੇ, ਲੀਰਾ ਆਦਿਕ ਮੂੰਹ ਥਾਣੀ ਚੱਲੀ ਜਾਣੀਆਂ, ਗੁਦਾ ਵਿੱਚ ਕੱਢਣੀਆਂ ਔਰ ਇਸੇ ਪ੍ਰਕਾਰ ਪਾਣੀ ਪੀਵੀ ਜਾਣਾ ਨਾੜਾਂ ਨੂੰ ਸਾਫ਼ ਕਰਨ ਵਾਸਤੇ ਔਰ ਯੋਗਾ ਅਭਿਆਸ ਆਦਿਕ ਔਰ ਇਸੇ ਤਰ੍ਹਾਂ ਫਿਰ ਮੌਨ ਧਾਰਨ ਬਾਰੇ ਭਈ ਚੁੱਪ ਕਰਕੇ ਰਹੀਏ, ਬੋਲੀਏ ਨਾ। ਔਰ ਇਸੇ ਤਰ੍ਹਾਂ ਜੋ ਸ਼ਾਸਤਰਾਂ ਗ੍ਰੰਥਾਂ ਦੀਆਂ ਸਿਆਣਪਾਂ ਹਨ ਉਹਨਾਂ 'ਚ ਲਿਖੀਆਂ ਹੋਈਆਂ, ਉਹਨਾਂ ਦੇ ਅਨੁਸਾਰ ਚੱਲਣ ਨਾਲ ਸਿਆਣੇ ਬਣ ਜਾਈਦਾ, ਝੂਠ ਦੀ ਕੰਧ ਟੁੱਟਦੀ ਆ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਇਸ ਵਿਚਾਰ ਨੂੰ ਰੱਦ ਕਰ ਰਹੇ ਨੇ ਤੇ ਆਪਣਾ ਫੈਸਲਾ ਦੇ ਰਹੇ ਨੇ ਇਸ ਪਹਿਲੀ ਪੌੜੀ ਅੰਦਰ। ਪਹਿਲਾ ਉਹਨਾਂ ਦਾ ਬਚਨ ਸੀ ਕਿ ਸਰੀਰਕ ਜਿਹੜੀ ਪਵਿੱਤਰਤਾ ਹੈ ਇਹਦੇ ਨਾਲ ਅਸੀਂ ਗਿਆਨ ਦੀ ਪ੍ਰਾਪਤੀ ਕਰਾਂਗੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਜੇ ਸਰੀਰ ਨੂੰ ਸੋਚਿਆ ਮੈਨੇ ਪਵਿੱਤਰ ਕਰਨ ਦਾ ਯਤਨ ਕਰੀਏ। ਦੋ ਅਰਥ ਹਨ ਇਸ ਪੰਕਤੀ ਦੇ। ਇੱਕ ਦਿਮਾਗ ਦੀ ਸੋਚ, ਸੋਚੀ ਜਾਣ ਦੇ ਨਾਲ, ਧਿਆਨ ਜੋੜਨ ਦੇ ਨਾਲ ਫਿਰ ਸ਼ਾਇਦ ਵਿਚਾਰ ਮੰਡਲ ਵਿੱਚ ਪਰਮਾਤਮਾ ਆ ਜਾਂਦਾ ਹੋਵੇ, ਤਾਂ ਹਜ਼ੂਰ ਕਹਿੰਦੇ ਨਹੀਂ। ਔਰ ਦੂਸਰਾ ਅਰਥ ਸੁੱਚ ਪਵਿੱਤਰਤਾ ਦਾ, ਜਿਹੜੀ ਸਰੀਰਕ ਪਵਿੱਤਰਤਾ ਕਰਨ ਦਾ ਯਤਨ ਕਰੀਏ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਪਵਿੱਤਰ ਨਹੀਂ ਹੋਇਆ ਜਾ ਸਕਦਾ। ਹੁਣ ਇੱਕ ਸਵਾਲ ਉੱਠੇਗਾ, ਸਿੱਖ ਧਰਮ ਦੇ ਅੰਦਰ ਕੀ ਸੁੱਚ ਪਵਿੱਤਰਤਾ ਦੀ ਕੋਈ ਥਾਂ ਨਹੀਂ? ਨਹੀਂ, ਐਸਾ ਨਹੀਂ ਹੈ। ਮਾਨਸਿਕ ਪਵਿੱਤਰਤਾ ਵਾਸਤੇ ਨਿਸ਼ਕਾਮ ਕਰਮ ਤੇ ਸਿਮਰਨ ਹੈ ਔਰ ਸਰੀਰਕ ਤੌਰ ਤੇ ਬਿਮਾਰੀਆਂ ਤੋਂ ਬਚਣ ਲਈ, ਸਰੀਰ ਦੀ ਸਾਵਧਾਨਤਾ ਵਾਸਤੇ, ਮਾਨਸਿਕ ਇਕਾਗਰਤਾ ਵਾਸਤੇ, ਆਲਸ ਦੂਰ ਕਰਨ ਵਾਸਤੇ ਸਰੀਰਕ ਮਰਿਆਦਾ ਵੀ ਹੈ। ਜਿਹੜੀ ਬ੍ਰਾਹਮਣ ਲੋਕਾਂ ਨੇ ਸੋਚ ਧਾਰਨ ਕੀਤੀ ਸੀ ਉਹ ਵਹਿਮ ਭਰਮ ਦਾ ਰੂਪ ਬਣ ਗਈ। ਇੱਥੋਂ ਤੱਕ ਤਾਂ ਠੀਕ ਆ ਕਿ ਚੌਂਕੇ 'ਚ ਇਸ਼ਨਾਨ ਕਰਕੇ ਆਓ, ਭੋਜਨ ਪਾਣੀ ਤਿਆਰ ਕਰਨਾ ਪਵਿੱਤਰਤਾ ਨਾਲ, ਸਫਾਈ ਨਾਲ ਕੀਤਾ ਜਾਏ। ਚੌਂਕਾ ਜਿਹੜਾ ਉਹਦੇ ਵਿੱਚ ਪੋਚਾ ਫੇਰਿਆ ਜਾਏ ਔਰ ਮੈਲੇ ਕੁਚਾਲੇ ਕੱਪੜੇ ਲੈ ਕੇ ਜਾਂ ਜੋੜਾ ਪਾ ਕੇ ਗੰਦੇ ਮੰਦੇ ਸਰੀਰ ਨਾਲ ਅੰਦਰ ਨਾ ਆਓ। ਪਰ ਜਿਹੜਾ ਇਹ ਖਿਆਲ ਸੀ ਕਿ ਬ੍ਰਾਹਮਣ ਤੋਂ ਅਲੱਗਾ ਹੋਰ ਕੋਈ ਵੈਸ਼ ਸ਼ੂਦਰ ਆਦਿਕ, ਜਿਨ੍ਹਾਂ ਨੂੰ ਅਖੌਤੀ ਤੌਰ ਤੇ ਨੀਵੀਆਂ ਜਾਤਾਂ ਕਹਿਤਾ, ਉਹ ਬੰਦਾ ਇੱਧਰ ਨਾ ਆਵੇ, ਉਹਦਾ ਪਰਛਾਵਾਂ ਨਾ ਪਵੇ, ਇਹ ਵਹਿਮ ਭਰਮ ਹੈ। ਸੋ ਜਿਹੜੀ ਸਫਾਈ ਹੈ, ਜਿਸ ਨੂੰ ਅੰਗਰੇਜ਼ੀ 'ਚ ਕਲੀਨਨੈਸ ਕਿਹਾ ਜਾਂਦਾ ਹੈ, ਇਹ ਬੜੀ ਜ਼ਰੂਰੀ ਹੈ, ਕਿਉਂਕਿ ਅਸੀਂ ਮਨੁੱਖ ਹਾਂ, ਪਸ਼ੂ ਨਹੀਂ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਵਿੱਚ ਸਫਾਈ ਜ਼ਰੂਰ ਹੈ, ਮੈਲੇ ਕੁਚਾਲੇ ਬਣ ਕੇ ਰਹਿਣ ਦਾ ਹੁਕਮ ਨਹੀਂ ਹੈ। ਸਗੋਂ ਸਤਿਗੁਰਾਂ ਨੇ ਕਿਹਾ, ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀਂ, ਤਾਂ ਸੱਤ ਚੱਟੇ ਸਿਰ ਛਾਈ।
ਜਿਹੜੇ ਸਿਰਫ ਉੱਥੇ ਨਹਾਉਂਦੇ ਹੀ ਨਹੀਂ ਹਨ ਔਰ 7 ਬੁੱਕ ਸਵਾਦ ਉਹਨਾਂ ਦੇ ਸਿਰ 'ਚ ਪਾ ਦਿਓ। ਇਸ ਪ੍ਰਕਾਰ ਗੁਰੂ ਅਮਰਦਾਸ ਦੇ ਬਚਨ ਹੈ। ਇਸ ਵਾਸਤੇ ਇਸ਼ਨਾਨ ਆਦਿ ਕਰਨਾ ਜ਼ਰੂਰੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਹ ਸਤਿਗੁਰੂ ਮਹਾਰਾਜ ਨੇ ਰੋਜ਼ਾਨਾ ਇਸ਼ਨਾਨ ਕਰਨ ਦੀ ਆਗਿਆ ਕੀਤੀ ਹੈ। ਔਰ ਵਸਤਰ ਵੀ ਉਜਲੇ ਧੋਤੇ ਹੋਏ ਪਹਿਨਣ ਦਾ ਹੁਕਮ ਹੈ। ਮੈਲੇ ਕੁਚਾਲੇ ਬਣਿਆ ਨਹੀਂ ਗੱਲ ਬਣ ਸਕਦੀ। ਜਿਹੜੇ ਜੈਨੀ ਲੋਕ ਮੂੰਹ ਤੇ ਪੱਟੀਆਂ ਜਿਹੀਆਂ ਬੰਨ੍ਹੀ ਫਿਰਦੇ ਸੀ ਔਰ ਜਾਂ ਆਪਣੀ ਗੰਦਗੀ ਫੋਲਦੇ ਸੀ ਵੀ ਇਹਦੇ 'ਚ ਕੀੜੇ ਕਰਮ ਨਾ ਹੋਣ, ਮਰ ਨਾ ਜਾਣ, ਉਹਨਾਂ ਬਾਰੇ ਵਚਨ ਫੋਲ ਫਦੀਹਤ ਮੋਹ ਲੈਣ ਪੜਾਸਾਂ ਪਾਣੀ ਦੇਖ ਸੰਗਾਹੀ। ਜੋ ਗੰਦਗੀ ਫੋਲ ਕੇ ਪੜਾਸਾਂ ਲੈਂਦੇ ਆ ਔਰ ਪਾਣੀ ਦੇਖ ਕੇ ਸੰਗਦੇ ਹਨ, ਉਹਨਾਂ ਦਾ ਖੰਡਨ ਕੀਤਾ ਸਤਿਗੁਰੂ ਮਹਾਰਾਜ ਨੇ। ਇਸ ਕਰਕੇ ਜਿਵੇਂ ਵੇਖੋ ਸਾਡੇ ਪੰਥ ਵਿੱਚ ਸਾਧੂ ਸੰਤ ਗੁਰਮੁਖ ਇਹ ਸਿੱਖਿਆ ਦਿੰਦੇ ਸੀ ਕਿ ਜਿਹੜੀ ਮਾਇਆ, ਪੈਸਾ, ਧੇਲਾ, ਨੋਟ ਹਨ, ਇਹਨਾਂ ਨੂੰ ਅਨੇਕਾਂ ਪ੍ਰਕਾਰ ਦੇ ਪਰਮਾਣੂ ਲੱਗੇ ਹੁੰਦੇ, ਅਣੂ ਔਰ ਗੰਦੇ ਮੰਦੇ ਹੱਥ ਜੂਠੇ ਲੱਗੇ ਹੁੰਦੇ ਆ। ਮਾਇਆ ਵਾਲੇ ਹੱਥ ਪੋਥੀਆਂ ਨੂੰ ਨਾ ਲਾਓ, ਮਾਇਆ ਵਾਲੇ ਹੱਥਾਂ ਨਾਲ ਪ੍ਰਸ਼ਾਦ ਨਾਲ ਵਰਤਾਓ, ਹੱਥ ਸਾਫ਼ ਕਰਕੇ ਧੋ ਕੇ ਫਿਰ ਵਰਤਾਓ। ਹੁਣ ਕੈਨੇਡਾ ਦੀ ਗੌਰਮੈਂਟ ਨੇ ਇੱਕ ਡਾਕੂਮੈਂਟਰੀ ਫਿਲਮ ਬਣਾਈ ਆ ਭਈ ਇਹਨੂੰ ਬੜੇ ਭੈੜੇ ਕੀਟਾਣੂ ਲੱਗੇ ਹੁੰਦੇ ਆ ਮਾਇਆ ਨੂੰ, ਸੋ ਜਦੋਂ ਕੋਈ ਚੀਜ਼ ਖਾਓ ਮਾਇਆ ਵਾਲੇ ਹੱਥਾਂ ਨਾਲ ਉਸੇ ਤਰ੍ਹਾਂ ਨਾ ਖਾਓ, ਬਲਕਿ ਉਹਨਾਂ ਸਗੋਂ ਇਹ ਸਿੱਧ ਕੀਤਾ ਵੀ ਸਾਬਣ ਨਾਲ ਧੋ ਕੇ ਆਪਣੇ ਹੱਥਾਂ ਨੂੰ ਫਿਰ ਕੋਈ ਚੀਜ਼ ਛਕੋ। ਇਸ ਪ੍ਰਕਾਰ ਇਉਂ ਸਫਾਈ ਕਰਨੀ ਤਾਂ ਬੜੀ ਜ਼ਰੂਰੀ ਆ। ਪਰ ਜਿਹੜਾ ਵਹਿਮ ਭਰਮ ਹੈ, ਖਿਆਲ ਕਿ ਸਿਰਫ ਸੁੱਚ ਪਵਿੱਤਰਤਾ ਸਫਾਈ ਰੱਖਣ ਦੇ ਨਾਲ ਅਸੀਂ ਸੁੱਚੇ ਹੋ ਜਾਵਾਂਗੇ, ਇਹ ਗੱਲ ਨਹੀਂ। ਸੰਤ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ ਇੱਕ ਵਿਦਿਆਰਥੀ ਸਿੰਘ ਸੀ, ਭਾਈ ਕਰਤਾਰ ਸਿੰਘ ਪ੍ਰੇਮੀ ਸੀ ਉਹਦਾ ਨਾਂ। ਉਹ ਸੰਜਮੀ ਬੜਾ ਸੀ ਔਰ ਜਿਹਨੂੰ ਵਿਵੇਕ ਦਾ ਪਹਿਰਾ ਆਮ ਸਿੰਘਾਂ 'ਚ ਕਹਿ ਲਿਆ ਜਾਂਦਾ। ਵਿਵੇਕ ਅਸਲ ਵਿੱਚ ਦੋ ਤਰ੍ਹਾਂ ਦਾ, ਇੱਕ ਤਾਂ ਬਾਹਰੀ ਸੰਜਮ ਹੈ, ਸੰਜਮੀ ਖੁਰਾਕ ਖਾਣੀ, ਆਪਣੇ ਆਪ ਨੂੰ ਸਰੀਰ ਨੂੰ ਸੰਜਮ 'ਚ ਰੱਖਣਾ। ਇੱਕ ਸੰਜਮ ਵਿਵੇਕ ਅੰਦਰ ਹੁੰਦਾ ਗਿਆਨ। ਜਿਹੜਾ ਵਿਵੇਕ ਹੈ ਦਾ ਅਰਥ ਗਿਆਨ ਹੈ। ਤਤ ਮਿਥਿਆ ਦਾ ਵਿਵੇਚਨ ਕਰਨ ਵਾਲੀ ਜਿਹੜੀ ਬੁੱਧ ਹੈ ਉਸ ਨੂੰ ਵਿਵੇਕ ਬੁੱਧੀ ਕਿਹਾ ਜਾਂਦਾ। ਇਸ ਕਰਕੇ ਸੰਜਮ ਵੀ ਜ਼ਰੂਰੀ ਹੈ, ਪਰ ਕਿਸੇ ਹੱਦ ਤੱਕ। ਉਸ ਹੱਦ ਤੋਂ ਅੱਗੇ ਜਾ ਕੇ ਵਹਿਮ ਜਾਂ ਭਰਮ ਬਣ ਜਾਏਗਾ। ਜਿਵੇਂ ਉਸ ਭਾਈ ਕਰਤਾਰ ਸਿੰਘ ਨੂੰ ਵਹਿਮ ਪੈ ਗਿਆ, ਉਹਨੇ ਆਣ ਕੇ ਮਹਾਂਪੁਰਸ਼ਾਂ ਨੂੰ ਕਿਹਾ ਜੀ ਸਤਿਪੁਰਸ਼ੋ ਸਿੱਖੀ ਤਾਂ ਹੀ ਨਿਭਦੀ ਆ ਜੇ ਸਾਰਾ ਕੁਝ ਆਪਣੇ ਘਰ 'ਚ ਹੀ ਪੈਦਾ ਹੋਵੇ। ਆਪ ਹੀ ਕਣਕ ਬੀਜ ਕੇ ਵੱਢ ਕੇ ਉਸ ਨੂੰ ਧੋ ਕੇ ਚੱਕੀ ਧੋ ਕੇ ਫਿਰ ਆਟਾ ਤਿਆਰ ਕੀਤਾ ਜਾਏ ਔਰ ਖੰਡ ਵੀ ਘਰ 'ਚ ਹੀ ਤਿਆਰ ਹੋਵੇ, ਲੂਣ ਵੀ ਘਰ 'ਚ ਤਿਆਰ, ਐਸਾ ਖਿਆਲ ਹੁੰਦਾ। ਸੰਤ ਕਹਿਣ ਲੱਗੇ ਪ੍ਰੇਮੀ ਜੀ ਬਹਿ ਜਾਓ, ਕੋਲ ਬਿਠਾ ਕੇ ਕਹਿਣ ਲੱਗੇ ਪ੍ਰੇਮੀ ਜੀ ਸੁੱਚਾ ਸਿਰਫ ਨਾਮ ਹੈ, ਹੋਰ ਕੁਝ ਵੀ ਸੁੱਚਾ ਨਹੀਂ ਹੈ, ਸਾਰਾ ਕੁਝ ਝੂਠਾ ਹੈ। ਗੁਰੂ ਗ੍ਰੰਥ ਸਾਹਿਬ ਜੀ ਬਚਨ ਨੇ ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵਹਿ ਝੂਠੇ ਜਾਹੇ ਵੀ ਝੂਠੇ, ਝੂਠੇ ਮਰਹਿ ਅਭਾਗੇ, ਕਹੋ ਪੰਡਤ ਸੁੱਚਾ ਕਵਨ ਠਾਓ, ਜਹਾਂ ਬੈਸ ਹੋ ਭੋਜਨ ਖਾਓ। ਇਸ ਪ੍ਰਕਾਰ ਦੇ ਸਤਿਗੁਰਾਂ ਨੇ ਬਚਨ ਕੀਤੇ ਨੇ। ਭਗਤ ਕਬੀਰ ਜੀ ਦੀ ਰਸਨਾ ਦੁਆਰਾ ਇਹ ਬਚਨ ਹੈ ਭਈ ਸਾਰਾ ਕੁਝ ਝੂਠਾ ਹੈ। ਝੂਠਾ ਚੌਂਕਾ, ਇਸੇ ਤਰ੍ਹਾਂ ਗੋਬਰ ਝੂਠਾ, ਚੌਂਕਾ ਝੂਠਾ, ਝੂਠੀ ਦੀਨੀ ਕਾਰਾ, ਕਹੋ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਸੱਚੀ ਵਿਚਾਰ ਜਿਨ੍ਹਾਂ ਦੇ ਅੰਦਰ ਪੈਦਾ ਹੋਈ ਆ ਉਹ ਨਰ ਸੁੱਚੇ ਹੋਏ। ਇਸੇ ਤਰ੍ਹਾਂ ਮਹਾਂਪੁਰਸ਼ ਕਹਿਣ ਲੱਗੇ ਕਿ ਕੁਝ ਵੀ ਸੁੱਚਾ ਨਹੀਂ ਪ੍ਰੇਮੀ ਜੀ, ਸਾਰਾ ਕੁਝ ਝੂਠਾ ਹੀ ਆ। ਜਿਵੇਂ ਜਿਹੜਾ ਦੁੱਧ ਹੈ, दूध ਤਾਂ ਬਸ਼ਰ ਹੈ ਥਨੋਂ ਮਿਟਾਰਿਓ। ਜਿਹੜਾ ਦੁੱਧ ਹੈ ਬੱਚੇ ਨੇ ਜਾਂ ਕੱਟੇ ਕੱਟੀ ਨੇ ਚੁੰਗਿਆ ਹੁੰਦਾ, ਉਹ ਝੂਠਾ ਹੈ। ਤੇ ਗੋਬਿੰਦ ਨੂੰ ਸੁੱਚਾ ਦੁੱਧ ਕਿਵੇਂ ਭੇਟਾ ਕਰੀ ਪਰਮੇਸ਼ਰ ਨੂੰ। ਔਰ ਇਸ ਪ੍ਰਕਾਰ ਕਹਿੰਦੇ ਦੁੱਧ ਦੀ ਦੂਧ ਤਾਂ ਬਸ਼ਰ ਹੈ ਥਨੋਂ ਮਿਟਾਰਿਓ, ਫੂਲ ਭਵਰ ਜਲ ਮੀਨ ਬਿਗਾੜੇ। ਫੁੱਲਾਂ ਨੂੰ ਭੌਰੇ ਨੇ ਗੰਦਾ ਕਰ ਦਿੱਤਾ, ਝੂਠਾ ਕਰ ਦਿੱਤਾ। ਤੇ ਜਲ ਦੇ ਜਲ ਜੰਤੂ ਹੁੰਦੇ ਨੇ, ਮੱਛੀਆਂ ਆਦਿਕ, ਡੱਡੂ ਆਦਿਕ, ਉਹਨਾਂ ਨੇ ਜਲ ਝੂਠਾ ਕਰਦਾ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾ। ਇਹ ਮਾਤਾ ਗੋਬਿੰਦ ਪਰਮੇਸ਼ਰ ਦੀ ਪੂਜਾ ਕਿਵੇਂ ਕਰਾਂ, ਕਿਹੜੀ ਚੀਜ਼ ਚੜਾਵਾਂ ਗੋਬਿੰਦ ਅੱਗੇ? ਹੈ ਤਾਂ ਸਾਰਾ ਕੁਝ ਝੂਠਾ। ਸਰੀਰ ਕਦੇ ਸੁੱਚਾ ਨਹੀਂ ਹੋ ਸਕਦਾ, ਕਿਉਂਕਿ ਇਹਦੇ ਵਿੱਚ ਹੱਡੀਆਂ, ਪਿੰਜਰਾ ਹੱਡੀਆਂ ਦਾ, ਇਹਦੇ 'ਚ ਖੂਨ, ਨਾੜੀਆਂ, ਮਿੱਝ, ਰੋਮ, ਥੁੱਕ, ਬਿਸਤਾ ਤੇ ਚਮੜੀ ਦਾ ਪੁੱਜਾ ਜਾ ਫਿਰਿਆ ਹੋਇਆ। ਸਾਰਾ ਕੁਝ ਇਹਦੇ ਵਿੱਚ ਝੂਠਾ ਝੂਠਾ ਹੈ।
ਇਸੇ ਕਰਕੇ ਸਰੀਰ ਦੀ ਪੂਜਾ ਤੋਂ ਸਤਿਗੁਰਾਂ ਨੇ ਰੋਕਿਆ ਸਾਨੂੰ ਤੇ ਸਰੀਰ ਦੀ ਪੂਜਾ ਕਰਾਉਣ ਦੀ ਇੱਛਾ ਨਾ ਕਰੋ, ਇਹ ਤਾਂ ਗੰਦਾ ਮੰਦਾ ਹੀ ਰਹਿਣਾ। ਅਗਰ ਜੇ ਕੋਈ ਸੁੱਚੀ ਚੀਜ਼ ਹੈ ਤੇ ਵਾਹਿਗੁਰੂ ਹੈ ਤੇ ਉਸ ਦਾ ਨਾਮ ਸੁੱਚਾ ਹੈ। ਨਾਮ ਦੁਆਰਾ ਕੋਈ ਸੁੱਚਾ ਹੋ ਸਕਦਾ। ਮਨ ਸੁੱਚਾ ਹੋ ਗਿਆ ਤੇ ਗੱਲ ਬਣ ਗਈ। ਮਨ ਨਹੀਂ ਸੁੱਚਾ ਕਿਆ ਸੋਚ ਕਰੀ ਜਾਏ। ਇੱਕ ਉਦਾਹਰਣ ਹੈ, ਕੋਈ ਜੱਟ ਜ਼ਿਮੀਂਦਾਰ ਖੂਹ ਚਲਾ ਰਿਹਾ ਸੀ ਤੇ ਉਧਰੋਂ ਪੰਡਤ ਜੀ ਆ ਗਏ, ਬ੍ਰਾਹਮਣ ਆ ਗਿਆ ਕਰਮਕਾਂਡੀ, ਤੇ ਜੱਟ ਜਿਹੜਾ ਸੀ ਉਹਨੂੰ ਕਿਰਿਆ ਸੋਧਣ ਜਾਣਾ ਪਿਆ। ਕਿਰਿਆ ਸੋਧ ਕੇ ਆ ਕੇ ਉਹਨੇ 5 ਇਸ਼ਨਾਨਾ ਕੀਤਾ, ਫਿਰ ਖੂਹ ਚਲਾਉਣ ਲੱਗ ਪਿਆ। ਬ੍ਰਾਹਮਣ ਕਹਿਣ ਲੱਗਾ ਮੈਂ ਤਾਂ ਇਸ਼ਨਾਨ ਕਰਨਾ ਸੀ, ਤੂੰ ਤਾਂ ਸਾਰਾ ਕੁਝ ਝੂਠਾ ਕਰਤਾ। ਕਹਿਣ ਲੱਗੇ ਪੰਡਤ ਜੀ ਕਿਵੇਂ ਸੁੱਚਾ ਮੈਂ ਹੋ ਸਕਦਾ? ਕਹਿੰਦੇ 1.25 ਮਣ ਸੂਰ ਦੇ ਹੁੱਡਾਂ ਨਾਲ ਕੁੱਟੀ ਹੋਈ ਮਿੱਟੀ ਹੋਵੇ ਕਮਾਦ ਦੇ ਖੇਤ 'ਚ, ਉਹਦੇ ਨਾਲ ਮਲ ਮਲ ਕੇ ਇਸ਼ਨਾਨ ਕਰੇ। ਇਹ ਵੇਦਾਂ 'ਚ ਲਿਖੇ ਹੋਏ ਵਚਨ ਨੇ, ਯਾਨੀ ਜਿਹੜਾ ਇਹ ਕਰਮ ਕਾਂਡ ਆ ਇਹੋ ਜਿਹਾ 80,000 ਜਿਹੜਾ ਸ਼ਲੋਕ ਹੈ ਨਾ 4 ਵੇਦਾਂ ਦਾ, ਉਹ ਇਹੋ ਜਿਹੇ ਕਰਮ ਕਾਂਡ ਦਾ ਹੀ ਕਥਨ ਕਰਦਾ। 16,000 ਨਾਨਾ ਪ੍ਰਕਾਰ ਦੀ ਪੂਜਾ ਤੇ 4,000 ਖੁਸ਼ ਗਿਆਨ ਦਾ ਕਥਨ। ਨਾਮ ਦਾ ਜਿਹੜੀ ਗੱਲ ਹੈ ਬਹੁਤ ਘੱਟ ਲਿਖੀ ਹੋਈ ਹੈ। ਇਸ ਪ੍ਰਕਾਰ ਉਹ ਪੰਡਤ ਕਹਿਣ ਲੱਗਾ ਵੀ ਜੇ ਸੂਰ ਦੇ ਹੁੱਡਾਂ ਨਾਲ ਕੁੱਟੀ 1.25 ਮਿੰਟ ਮਿੱਟੀ ਨਾਲ ਮਲ ਮਲ ਇਸ਼ਨਾਨ ਕਰੇ ਫਿਰ ਤੂੰ ਸੁੱਚਾ ਹੋ ਸਕਦਾ। ਤੇ ਉਸ ਜੱਟ ਨੇ ਇਸੇ ਤਰ੍ਹਾਂ ਕੀਤਾ। ਕਰ ਕੁਰ ਕੇ ਇਸ਼ਨਾਨ ਤੇ ਉਹਨੇ ਜੱਟ ਦੇ ਉੱਪਰ ਮੂੰਹ ਭਰ ਕੇ ਪਾਣੀ ਦਾ ਕਰੂਲੀ ਕੀਤੀ, ਉਹਦੇ ਵੱਲ ਨੂੰ ਪਾਣੀ ਚਲਾਇਆ ਤੇ ਪੰਡਤ ਫਿਰ ਅੱਗ ਬਗੋਲਾ ਹੋ ਗਿਆ। ਕਹਿਣ ਲੱਗਾ ਤੂੰ ਮੈਨੂੰ ਝੂਠਿਆ ਕਰਤਾ, ਮੇਰੇ ਉੱਤੇ ਪਾਣੀ ਸੁੱਟਦਾ ਝੂਠਾ। ਕਹਿਣ ਲੱਗੇ ਜੇ ਮੈਂ ਸੁੱਚਾ ਹੋਇਆ ਹੀ ਨਹੀਂ, ਤੁਸੀਂ ਕਿਹਾ ਸੀ 1.25 ਮਣ ਸੂਰ ਦੇ ਹੁੱਡਾਂ ਨਾਲ ਕੁੱਟੀ ਮਿੱਟੀ ਨਾਲ ਮਲ ਮਲ ਇਸ਼ਨਾਨ ਕਰ ਫਿਰ ਤੂੰ ਸੁੱਚਾ ਹੋ ਜਾਏਗਾ, ਤੇ ਮੈਂ ਸੁੱਚਾ ਹੋ ਗਿਆ ਹੂੰ, ਫਿਰ ਤਾਂ ਤੇਰੇ ਤੇ ਪਾਣੀ ਸੁੱਟਿਆ। ਸੋ ਕਹਿਣ ਤੋਂ ਮੁਰਾਦ ਹੈ ਕਿ ਇਸ ਤਰ੍ਹਾਂ ਸਰੀਰ ਕਦੇ ਸੁੱਚਾ ਨਹੀਂ ਹੋ ਸਕਦਾ। ਸਿਰਫ ਬਿਮਾਰੀਆਂ ਤੋਂ ਬਚਣ ਲਈ, ਸਾਵਧਾਨਤਾ ਲਈ, ਆਲਸ ਦੂਰ ਕਰਨ ਵਾਸਤੇ ਇਹ ਸਤਿਗੁਰੂ ਮਹਾਰਾਜ ਦੇ ਘਰ 'ਚ ਲੰਗਰ ਦੀ ਜਿਵੇਂ ਮਰਜ਼ਾਦਾ ਹੈ, ਸਫਾਈ ਪਵਿੱਤਰਤਾ, ਇਹ ਸਿੱਖਾਂ ਨੇ ਛੱਡ ਨਹੀਂ ਦਿੱਤੀ, ਨਾ ਛੱਡ ਦੇਣੀ ਹੈ। ਪਰ ਜਿਹੜਾ ਬ੍ਰਾਹਮਣਾਂ ਵਾਲਾ ਵਹਿਮ ਭਰਮ ਸੀ ਜਾਂ ਇਹ ਖਿਆਲ ਕਿ ਸਿਰਫ ਸਰੀਰਕ ਪਵਿੱਤਰਤਾ ਨਾਲ ਅਸੀਂ ਪਵਿੱਤਰ ਹੋ ਜਾਵਾਂਗੇ, ਇੱਥੇ ਕਰਮ ਕਾਂਡ ਵਿੱਚ ਹੀ ਫਸੇ ਰਹਿਣਾ, ਇਹਨੂੰ ਅੱਗੇ ਨਾ ਜਾਣਾ, ਇਹ ਖੰਡਨ ਕੀਤਾ ਸਤਿਗੁਰਾਂ ਨੇ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚਿਆ ਪਵਿੱਤਰ ਹੋਣ ਦਾ ਜੇ ਯਤਨ ਕਰੀਏ, ਲੱਖ ਵਾਰੀ ਜੇ ਪਵਿੱਤਰ ਹੋਣ ਦਾ ਯਤਨ ਕਰੀਏ ਤੇ ਇਸ ਤਰ੍ਹਾਂ ਪਵਿੱਤਰਤਾ ਨਹੀਂ ਹੋ ਸਕੇਗੀ। ਔਰ ਦੂਜਾ ਅਰਥ ਹੈ ਸੋਚਣ ਦੇ ਵਿੱਚ ਨਹੀਂ ਆਮਦਾ ਅਕਾਲ ਸੋਈ, ਸੋਚੀ ਜਾਓ ਭਾਵੇਂ ਕੋਈ ਲੱਖਾਂ ਹੀ ਕੇ ਵਾਰ ਹੈ। ਗੁਰੂ ਕੇ ਪਿਆਰਿਓ, ਲੱਖਾਂ ਵਾਰੀ ਸੋਚੀ ਜਾਈਏ ਤਾਂ ਸੋਚ ਮੰਡਲ ਦੇ ਵਿੱਚ ਆਉਣ ਵਾਲਾ ਪ੍ਰਮਾਤਮਾ ਨਹੀਂ ਹੈ। ਕੈਲਾਸ਼ ਪਰਬਤ ਤੇ ਸ਼ਿਵ 88,000 ਵਰਾ ਧਿਆਨ ਲਾਈ ਰੱਖਦਾ, ਤਾਂ ਵੀ ਵਾਹਿਗੁਰੂ ਜੀ ਉਹਦੇ ਧਿਆਨ ਵਿੱਚ ਨਹੀਂ ਆਏ। ਪਰਮਾਤਮਾ ਐਡਾ ਵੱਡਾ ਕਿ ਨਾ ਤਾਂ ਨਾ ਅੱਖਾਂ ਦਾ ਵਿਸ਼ਾ ਵੀ ਉਸ ਸਾਰੇ ਸਰੂਪ ਨੂੰ ਅੱਖਾਂ ਵੇਖ ਲੈਣ, ਨਹੀਂ ਸੂਸ਼ਮ ਤੇ ਸੂਸ਼ਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ। ਆਪੇ ਸੂਖਮ ਆਪੇ ਅਸਥੂਲਾ ਲਖੀ ਨਾ ਜਾਏ ਨਾਨਕ ਲੀਲਾ। ਉਸ ਪਰਮਾਤਮਾ ਦੀ ਲੀਲਾ ਨੂੰ ਕਿਵੇਂ ਲਿਖਿਆ ਜਾ ਸਕਦਾ? ਉਹਦੀ ਕੁਦਰਤ ਦਾ ਹੀ ਅੰਤ ਨਹੀਂ ਪਾਇਆ ਜਾਂਦਾ। ਆ ਕਿੱਡਾ ਵੱਡਾ ਪਸਾਰਾ ਹੈ, ਇਹਦਾ ਅੰਤ ਪਾਇਆ ਜਾਂਦਾ ਕਿਤੇ? ਸਮੁੰਦਰ ਦਾ ਹੀ ਹੱਥ ਨਹੀਂ ਪਾਇਆ ਜਾਂਦਾ, ਇੱਕ ਚੀਜ਼ ਉਹਨੇ ਜਿਹੜੀ ਰਚੀ ਸਮੁੰਦਰ। ਔਰ ਇਸ ਕਰਕੇ ਉਸ ਪਰਮਾਤਮਾ ਦਾ ਕਿਵੇਂ ਅੰਤ ਪਾਇਆ ਜਾ ਸਕਦਾ ਹੈ? ਇਸ ਕਰਕੇ ਉਹ ਸੋਚਣ ਦਾ ਵਿਸ਼ਾ ਨਹੀਂ। ਮਹਾਰਾਜ ਕਹਿੰਦੇ ਸੋਚ ਦੇ ਵਿੱਚ ਨਹੀਂ ਹੁੰਦਾ, ਭਾਵੇਂ ਲੱਖਾਂ ਵਾਰੀ ਸੋਚੀ ਜਾਈਏ। ਚੁੱਪੈ ਚੁੱਪ ਨ ਹੋਈ ਜੇ ਲਾਏ ਰਹਾ ਲਿਵਤਾਰ। ਇਸੇ ਤਰ੍ਹਾਂ ਜੇ ਯਤਨ ਕਰੀਏ ਕਿ ਜ਼ੁਬਾਨ ਦੀ ਚੁੱਪ ਨਾਲ ਮਨ ਚੁੱਪ ਕਰ ਜਾਏਗਾ ਤਾਂ ਇਹ ਗੱਲ ਨਹੀਂ ਬਣੇਗੀ। ਜੇ ਤੇਲ ਦੀ ਧਾਰਾਵਤ ਧਿਆਨ ਕਿਤੇ ਜੋੜ ਛੜੀਏ, ਜਿਵੇਂ ਤਰਾਟ ਸਾਧਣ ਵਾਲੇ ਲੋਕ ਕੰਧ ਤੇ ਇੱਕ ਬਿੰਦੂ ਲਾਉਂਦੇ, ਚਿੱਟੀ ਕੰਧ ਤੇ ਕਾਲੇ ਰੰਗ ਦਾ ਬਿੰਦੂ, ਤੇ ਰੋਜ਼ ਹੀ ਉੱਥੇ ਚੌਂਕੜਾ ਮਾਰ ਕੇ ਧਿਆਨ ਜੋੜਦੇ ਨੇ। ਔਰ ਜਿਸ ਦਿਨ ਕਹਿੰਦੇ ਉਹ ਬਿੰਦੂ ਕਾਲਾ ਜਿਹੜਾ ਚਿੱਟੇ ਰੰਗ ਦਾ ਕੰਧ ਦੇ ਵਿੱਚ ਹੀ ਰਲ ਜਾਏ ਧਿਆਨ ਦੁਆਰਾ, ਉਸ ਦਿਨ ਸਮਝਦੇ ਆ ਕਿ ਸਾਡਾ ਧਿਆਨ ਸਿੱਧ ਹੋ ਗਿਆ। ਔਰ ਪਹਿਲਾਂ ਤੁਰੀ ਜਾਂਦੀ ਕੀੜੀ ਦੇ ਉੱਪਰ ਆਪਣਾ ਧਿਆਨ ਜੋੜ ਕੇ ਮਨ 'ਚ ਫੁਰਨਾ ਕਰਦੇ, ਰੁਕ ਜਾਏ ਉਹ ਰੁਕ ਜਾਂਦੀ ਆ, ਜੇ ਫੁਰਨਾ ਕਰਨ ਤੁਰ ਪੈਂਦੀ। ਇਸੇ ਤਰ੍ਹਾਂ ਫਿਰ ਆਪਣਾ ਪ੍ਰਭਾਵ ਪਾਉਂਦੇ ਆ ਕਮਜ਼ੋਰ ਮਨ ਵਾਲਿਆਂ ਤੇ। ਤੁਰੇ ਜਾਂਦੇ ਬੰਦੇ ਵੱਲ ਧਿਆਨ ਦੇਣਾ ਕਿ ਮੱਥਾ ਟੇਕ ਕੇ ਲੰਘੇ। ਇਸ ਤਰ੍ਹਾਂ ਪ੍ਰੇਰਨਾ ਦੀ ਸ਼ਕਤੀ ਆ ਜਾਣੀ, ਜੋ ਮਨ ਪ੍ਰੇਰੇ ਅਗਲੇ ਨੂੰ ਪ੍ਰੇਰਿਆ ਜਾਂਦਾ। ਇਸ ਤਰ੍ਹਾਂ ਕਮਜ਼ੋਰ ਮਨ ਵਾਲਿਆਂ ਤੇ ਜਿਹੜੇ ਬੰਦਗੀ ਤੋਂ ਖਾਲੀ ਲੋਕ ਆ, ਉਹਨਾਂ ਦੇ ਉੱਪਰ ਤਾਂ ਪ੍ਰਭਾਵ ਪੈ ਸਕਦਾ ਥੋੜਾ ਬਹੁਤ,
ਪਰ ਜਿਹੜਾ ਅੱਗੋਂ ਕੋਈ ਤਗੜਾ ਹੋਵੇ ਉਹਦੇ ਤੇ ਪ੍ਰਭਾਵ ਐਸਾ ਨਹੀਂ ਪੈ ਸਕਦਾ। ਇਹ ਪੁੱਠੇ ਸਿੱਧੇ ਸਾਧਨ ਇਹ ਸਨਾਤਨੀ ਲੋਕਾਂ ਨੇ ਹਨ, ਜਾਂ ਮੁਸਲਮਾਨਾਂ ਦੇ ਵਿੱਚ ਵੀ ਇਹੋ ਜਿਹੇ ਮੰਤਰ ਯੰਤਰ ਸਿੱਧ ਕਰਦੇ। ਪਰ ਸਾਨੂੰ ਸਤਿਗੁਰਾਂ ਨੇ ਇਹ ਨਹੀਂ ਸਿਖਾਇਆ, ਸਾਨੂੰ ਸਿਖਾਇਆ ਵਾਹਿਗੁਰੂ ਦਾ ਸਿਮਰਨ ਕਰਨਾ। ਪਰਮਾਤਮਾ ਦਾ ਸਿਮਰਨ ਕਰਦਿਆਂ ਜੇ ਮਨ ਇਕਾਗਰ ਹੋ ਕੇ ਸਿਮਰਨ 'ਚ ਲੱਗ ਜਾਏ, ਜੁੜ ਜਾਏ, ਤੇ ਇਹਦੇ 'ਚ ਬੜੀ ਸ਼ਕਤੀ ਵੱਧ ਜਾਏਗੀ, ਬਹੁਤ ਵੱਡੀ ਤਾਕਤ ਮਨੁੱਖ ਦੇ ਅੰਦਰ ਪੈਦਾ ਹੋਵੇਗੀ। ਸੰਤ ਅਤਰ ਸਿੰਘ ਸਾਹਿਬ ਦਾ ਵਚਨ ਹੈ ਕਿ ਸਿਮਰਨ ਦੁਆਰਾ ਮਨੁੱਖ ਦੇ ਅੰਦਰ ਉਹ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਜਿਸ ਸ਼ਕਤੀ ਦੇ ਆਸਰੇ ਕਰੋੜਾਂ ਬ੍ਰਹਮੰਡ ਖੜੇ। ਕਰੋੜਾਂ ਬ੍ਰਹਮੰਡ ਜਿਸ ਸ਼ਕਤੀ ਦੇ ਆਸਰੇ ਖੜੇ ਨੇ, ਉਹ ਸ਼ਕਤੀ ਅੰਦਰ ਹੀ ਪ੍ਰਗਟ ਹੋ ਜਾਂਦੀ ਹੈ ਸਿਮਰਨ ਦੁਆਰਾ। ਪ੍ਰਭੂ ਵਿਚਾਰ ਔਰ ਜਿਹੜੀ ਚੁੱਪ ਕਰਨੀ ਹੈ ਜ਼ਬਾਨ ਦੀ ਕੇਵਲ ਚੁੱਪ, ਇਸ ਨੂੰ ਸਤਿਗੁਰੂ ਜੀ ਨੇ ਸਾਨੂੰ ਆਗਿਆ ਨਹੀਂ ਕੀਤੀ ਵੀ ਜ਼ਬਾਨ ਤੋਂ ਚੁੱਪ ਕਰ ਜੋ, ਬੋਲੋ ਨਾ, ਨਹੀਂ, ਪਰ ਬਾਣੀ ਦੀ ਮੌਨਤਾ। ਜਿਸ ਵੇਲੇ ਭਜਨ ਕਰਨਾ ਹੈ, ਜਿੰਨਾ ਲੰਮਾ ਸਮਾਂ ਹੋ ਸਕੇ ਚੁੱਪ ਕਰਕੇ, ਹੋਰ ਗੱਲਾਂ ਬਾਤਾਂ ਤੋਂ ਸੰਗੋਚ ਕਰਕੇ, ਜੇ ਆਪਾਂ ਪਾਠ ਹੀ ਨਿਤਨੇਮ ਕਰ ਰਹੇ ਹਾਂ, ਇੱਕ ਇੱਕ ਪੌੜੀ ਪਿੱਛੇ ਬਾਅਦ ਵਿੱਚ ਬੋਲੀ ਜਾਈਏ ਤੇ ਫਿਰ ਸੁਰਤ ਨਹੀਂ ਜੁੜੇਗੀ ਬਾਣੀ ਵਿੱਚ, ਤੇ ਤਾਂ ਬੋਲਦਾ ਬੰਦਾ। ਇਹਨਾਂ ਨੂੰ ਜ਼ਰੂਰ ਰੱਖਣਾ ਕਿ ਜਿਸ ਵੇਲੇ ਭਜਨ ਕਰਨਾ ਉਸ ਵੇਲੇ ਚੁੱਪ ਧਾਰਨ ਕਰਨੀ। ਔਰ ਜੇ ਕਹੀਏ ਕਿ ਮਨ ਚੁੱਪ ਕਰ ਜੇ ਕੇਵਲ ਚੁੱਪ ਕਰਨ ਦੇ ਨਾਲ, ਜਿਵੇਂ ਕਿ ਮੋਨੀ ਹੁੰਦੇ ਨੇ, ਸੋ ਇਸ ਪ੍ਰਕਾਰ ਮੌਨ ਨਾਮ ਚੁੱਪ ਦਾ, ਮੋਨੀ ਚੁੱਪ ਕੀਤਾ ਹੋਇਆ ਜਿਹੜਾ ਨਹੀਂ ਬੋਲਦਾ। ਇਉਂ ਬਾਹਰੀ ਤੌਰ ਤੇ ਚੁੱਪ ਕਰਨ ਦੇ ਨਾਲ ਮਨ ਚੁੱਪ ਨਹੀਂ ਹੁੰਦਾ। ਜਿਵੇਂ ਦਸਮ ਪਾਤਸ਼ਾਹ ਦੇ ਪਾਸ ਇੱਕ ਆ ਗਿਆ ਸਾਧ, ਮੋਨੀ ਕਹਾਉਂਦਾ ਸੀ, ਉਹ ਬੈਠਾ ਰਹਿੰਦਾ ਸੀ ਪਰ ਬੋਲਦਾ ਕੁਛ ਨਹੀਂ ਸੀ। ਔਰ ਸਿੱਖਾਂ ਨੇ ਬੜੀ ਸਿਫਤ ਕੀਤੀ ਉਸਦੀ, ਭਈ ਮਹਾਰਾਜ ਜੀ ਇਹ ਬੋਲਦੇ ਨਹੀਂ ਮੋਨੀ ਜੀ, ਬੜੇ ਮਹਾਤਮਾ। ਪਰ ਇਹ ਕਹਿੰਦੇ ਨਹੀਂ, ਬਹੁਤ ਜ਼ਿਆਦਾ ਬੋਲਦਾ, ਤੁਹਾਨੂੰ ਵਿਖਾ ਦਿੰਦੇ। ਔਰ ਸਤਿਗੁਰੂ ਜੀ ਨੇ ਮੋਨੀ ਦੇ ਸਾਹਮਣੇ ਇੱਕ ਸਿੱਖ ਨੂੰ ਕਹਿਤਾ ਕਿ ਇਹ ਮੋਨੀ ਜੀ ਮਹਾਂਪੁਰਸ਼ ਹੋ ਜਾਂਦੇ ਨੇ, ਸਿੱਖਾ ਘਰ ਲੈ ਜਾ, ਪਦਾਰਥ ਵੰਸੋਂ ਨੇ ਬਣਾ ਕੇ ਸੇਵਾ ਕਰ ਮਹਾਤਮਾ ਮੋਨੀ ਜੀ ਦੀ, ਤੇ ਖੁਸ਼ੀ ਲੈ। ਔਰ ਜਦੋਂ ਲੈ ਕੇ ਤੁਰਿਆ ਤਾਂ ਹਜ਼ੂਰ ਨੇ ਸਿੱਖ ਨੂੰ ਪਾਸੇ ਕਰਕੇ ਬਚਨ ਕਰਤਾ ਵੀ ਸਾਦਾ ਜਿਹਾ ਭੋਜਨ ਛਕਾਈ ਇਹਨੂੰ, ਫਿਰ ਤੁਹਾਨੂੰ ਵੇਖਾਂਗੇ ਮੋਨੀ ਜੀ ਕਿਵੇਂ ਬੋਲਦੇ, ਦੱਸਾਂਗੇ, ਵਿਖਾਵਾਂਗੇ। ਔਰ ਉਹ ਲੈ ਗਿਆ ਸਿੱਖ, ਤੇ ਉਹਨੇ ਛੋਲੇ ਵਾਲ ਕੇ ਸਾਦਾ ਜਿਹੇ ਭੋਜਨ ਨੂੰ ਛਕਾਤਾ। ਤੇ ਜਿਸ ਵੇਲੇ ਅਗਲੇ ਦਿਨ ਆਇਆ ਤਾਂ ਸਤਿਗੁਰੂ ਪੁੱਛਦੇ ਵੀ ਮੋਨੀ ਜੀ ਦੀ ਸੇਵਾ ਕੀਤੀ? ਕਹਿਣ ਲੱਗਾ ਹਾਂ ਮਹਾਰਾਜ, ਤੁਹਾਡੇ ਹੁਕਮ ਮੁਤਾਬਕ ਸੇਵਾ ਕੀਤੀ ਹੈ। ਪਰ ਮੋਨੀ ਅੱਗ ਬਗੋਲਾ ਹੋ ਗਿਆ, ਬੋਲ ਪਿਆ, ਕਹਿਣ ਲੱਗਾ ਕਿ ਇਹੋ ਜਿਹੇ ਸਿੱਖ ਤੁਸੀਂ ਰੱਖੇ ਨੇ ਨਾ, ਝੂਠ ਬੋਲਦੇ ਆ, ਮੈਨੂੰ ਉਹਨੇ ਉੱਲੀ ਲੱਗੇ ਛੋਲੇ ਵਾਲ ਕੇ ਛਕਾਏ ਆ। ਔਰ ਮਹਾਰਾਜ ਕਹਿੰਦੇ ਹੁਣੇ ਹੀ ਮੌਨ ਖੁੱਲ ਗਿਆ, ਝਾਟੀ ਖਾਣ ਪੀਣ ਪਿੱਛੇ ਮੌਨ ਖੁੱਲ ਗਿਆ। ਇਸ ਪ੍ਰਕਾਰ ਇਉਂ ਜਿਹੜਾ ਇਹ ਮੌਨ ਆ ਵਿਖਾਵੇ ਦਾ, ਇਹਨੂੰ ਸਤਿਗੁਰੂ ਮਹਾਰਾਜ ਨੇ ਰੱਦ ਕੀਤਾ। ਇਹ ਨਹੀਂ, ਇੱਕ ਅਵਸਥਾ ਆਉਂਦੀ ਆ, ਉਹ ਇਹ ਬੇਪਰਵਾਹ ਨਾ ਬੋਲਣੀ। ਸਿਮਰਨ ਦੁਆਰਾ ਐਸਾ ਰਸ ਅੰਦਰ ਪੈਦਾ ਹੋ ਜਾਂਦਾ, ਫਿਰ ਉਹ ਰੱਬ ਦੇ ਪਿਆਰਿਆਂ ਨੂੰ ਬੋਲਣ ਦੀ ਜਿਹੜੀ ਹੈ ਖਿਆਲ ਨਹੀਂ ਰੱਖਦਾ, ਬੋਲਣ ਨੂੰ ਚੇਤੇ ਨਹੀਂ ਕਰਦਾ। ਇਸ ਪ੍ਰਕਾਰ ਦੀ ਬਰਾਗੀਆਂ ਵਾਲੀ ਅਵਸਥਾ ਹੈ, ਉਹ ਸਿਮਰਨ ਦੁਆਰਾ ਪੈਦਾ ਹੋਵੇਗੀ। ਇਹ ਨਹੀਂ ਕਿ ਉਹ ਬੋਲਦੇ ਨੇ ਲੋੜ ਪੈਣ ਤੇ ਲੋੜ ਮੁਤਾਬਕ ਬੋਲਦੇ ਨੇ, ਪਰ ਅਵਸਥਾ ਅੰਦਰੋਂ ਚੁੱਪ ਵਾਲੀ। ਤੇ ਬਾਹਰੀ ਤੌਰ ਤੇ ਜ਼ਬਾਨ ਦੀ ਜਿਹੜੀ ਚੁੱਪ ਹੈ, ਉਹ ਉਹਦੇ ਕਰਕੇ ਮਨ ਚੁੱਪ ਨਹੀਂ ਹੁੰਦਾ। ਜੇ ਚੰਗੀ ਤਰ੍ਹਾਂ ਤੇਲ ਦੀ ਧਾਰਾਵਤ ਸੁਰਤ ਨੂੰ ਕਿਤੇ ਜੋੜ ਵੀ ਛੱਡੀਏ ਤਾਂ ਵੀ ਅੰਦਰ ਜਿਹੜਾ ਮਨ ਹੈ, ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਮਨ ਦੇ ਅੰਦਰੋਂ ਸਾਰਾ ਹਰ ਇੱਕ ਬੰਦਾ ਬੋਲੀ ਜਾ ਰਿਹਾ, ਕੁਛ ਨਾ ਕੁਛ ਬੋਲ ਚਾਲ ਅੰਦਰ ਅੰਦਰ ਚੱਲ ਰਿਹਾ। ਇੱਛਾਵਾਂ ਇੰਨੀਆਂ ਹਨ, ਵਾਸ਼ਨਾਵਾਂ ਇੰਨੀਆਂ ਹਨ, ਖਿਆਲਾਤ ਇੰਨੇ ਫੁਰਦੇ ਨੇ, ਸੰਕਲਪ ਵਿਕਲਪ ਇੰਨੇ ਫੁਰਦੇ ਆ ਕਿ ਮਨ ਕਿੱਥੇ ਚੁੱਪ ਹੁੰਦਾ। ਇਹ ਬੰਦਗੀ ਦੇ ਪ੍ਰਤਾਪ ਨਾਲ ਸਿਮਰਨ ਦੁਆਰਾ ਕਦੇ ਜਾ ਕੇ ਬਹੁਤ ਦੂਰ ਜਾ ਕੇ ਇਹ ਚੁੱਪ ਕਰਦਾ ਰਹਿੰਦਾ, ਇਹ ਕੁਛ ਨਾ ਕੁਛ ਬੋਲਦਾ ਰਹਿੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜ਼ਬਾਨ ਦੀ ਚੁੱਪ ਨਾਲ ਗੱਲ ਨਹੀਂ ਬਣ ਜਾਏਗੀ। ਜਦੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸੰਪਾਦਿਤ ਕਰਵਾ ਰਹੇ ਸੀ, ਭਾਈ ਗੁਰਦਾਸ ਤੋਂ ਬਾਣੀ ਇਕੱਤਰ ਕਰਵਾ ਰਹੇ, ਲਿਖਵਾ ਰਹੇ ਸੀ, ਉਦੋਂ ਲਾਹੌਰ ਤੋਂ 4 ਭਗਤ ਆਏ ਸੀ, ਕਾन्हा ਜੀ, ਪੀਲੋ, ਛੱਜੂ ਤੇ ਸ਼ਾਹ ਹੁਸੈਨ। ਤੇ ਇਹਨਾਂ ਨਾਲ ਕੁਝ ਤਕਰਾਰ ਹੋਈ ਸਤਿਗੁਰਾਂ ਦੀ, ਇਹ ਵੱਧ ਘੱਟ ਬੋਲਣ ਲੱਗੇ ਕਿਉਂਕਿ ਇਹਨਾਂ ਦੀ ਬਾਣੀ ਸਤਿਗੁਰੂ ਨਹੀਂ ਸੀ ਲਿਖਵਾ ਰਹੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਮੁਤਾਬਕ ਇਹਨਾਂ ਦੀ ਬਾਣੀ ਨਹੀਂ ਸੀ। ਖੈਰ ਉਹ ਸਾਖੀ ਤਾਂ ਲੰਬੀ ਆ, ਪਰ ਜਿਹੜਾ ਸ਼ਾਹ ਹੁਸੈਨ ਸੀ ਇਹਨੇ ਬਚਨ ਬੋਲੇ ਸੀ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਸੱਜਣਾ ਬੋਲਣ ਦੀ ਜਾਏ ਨਾਹੀਂ, ਅੰਦਰ ਬਾਹਰ ਇੱਕਾ ਸਾਈਂ ਕਿਸ ਨੂੰ ਆਖ ਸੁਣਾਈ, ਕਹਿ ਹੁਸੈਨ ਫਕੀਰ ਨਮਾਣਾ ਸਤਿਗੁਰ ਤੋਂ ਬਲ ਬਲ ਜਾਈ।
ਤਾਂ ਹਜ਼ੂਰ ਕਹਿਣ ਲੱਗੇ ਵੀ ਤੇਰੀ ਬਾਣੀ ਸਾਡੇ ਆਸ਼ੇ ਮੁਤਾਬਕ ਨਹੀਂ ਹੈ। ਤੁਸੀਂ ਉਪਦੇਸ਼ ਦੇ ਰਹੇ ਹੋ ਕਿ ਗਿਆਨ ਪ੍ਰਾਪਤ ਕਰਕੇ ਚੁੱਪ ਕਰ ਜਾਓ। ਸੱਜਣਾ, ਜੇ ਗਿਆਨਵਾਨ ਚੁੱਪ ਕਰ ਗਏ, ਅਗਿਆਨੀ ਬੋਲੀ ਗਏ ਤੇ ਜਗਤ ਵਿੱਚ ਅਗਿਆਨ ਹੀ ਫੈਲ ਜਾਏਗਾ। ਇਹ ਮਤ ਖਿਆਲ ਕਰ ਤੇ ਗਿਆਨ ਦੀ ਪ੍ਰਾਪਤੀ ਕਰਕੇ ਦੜ ਵੱਟ ਲੈਣੀ, ਚੁੱਪ ਕਰ ਜਾਣਾ ਚੰਗਾ ਨਹੀਂ। ਐਸਾ ਨਹੀਂ, ਜਿੱਥੇ ਕੋਈ ਅਧਿਕਾਰੀ ਹੋਵੇ ਉੱਥੇ ਇਹ ਉਪਦੇਸ਼ ਗਿਆਨ ਨੂੰ ਕਥਨ ਕਰਨਾ ਯੋਗ ਹੈ। ਇਹਦੇ ਦੁਆਰਾ ਭਲਾ ਕਰਨਾ ਚਾਹੀਦਾ, ਕਿਉਂਕਿ ਜਿਹੜਾ ਵਾਹਿਗੁਰੂ ਦਾ ਗਿਆਨ ਹੈ ਇਹ ਘਟਣ ਵਾਲੀ ਚੀਜ਼ ਨਹੀਂ। ਜਿਵੇਂ ਵਰਤਾਈਏ ਵੰਡੀਏ ਤਿਵੇਂ ਤਿਵੇਂ ਵੱਧਦਾ। ਇਸ ਦੇ ਅਗਾਂਹ ਵੀ ਲੋਕਾਂ ਨੂੰ ਪ੍ਰੇਰਨਾ ਦੇਣੀ ਚਾਹੀਦੀ ਹੈ। ਇਸ ਕਰਕੇ ਜੋ ਕੁਝ ਤੂੰ ਕਹਿ ਰਿਹਾ ਆਪ ਵੀ ਅਮਲ ਨਹੀਂ ਕਰ ਰਿਹਾ। ਆਪ ਕਹਿੰਦਾ ਮੇਰੀ ਬਾਣੀ ਲਿਖਵਾਓ, ਪਰ ਬਾਣੀ ਚ ਉਪਦੇਸ਼ ਇਹ ਦੇ ਰਿਹਾ ਹਾਂ ਕਿ ਚੁੱਪ ਕਰ ਜਾਓ, ਗਿਆਨ ਪ੍ਰਾਪਤ ਕਰਕੇ ਬੋਲੋ ਹੀ ਨਾ। ਇਸ ਕਰਕੇ ਬਾਣੀ ਇਸੇ ਕਾਰਨ ਕਰਕੇ ਨਹੀਂ ਸੀ ਲਿਖਾਈ ਤੇ ਕਹਿੰਦਾ ਸੀ ਚੁੱਪ ਵੇੜਿਆ, ਚੁੱਪ ਵੇੜਿਆ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਜ਼ਬਾਨ ਦੀ ਚੁੱਪ ਦੇ ਨਾਲ ਮਨ ਚੁੱਪ ਨਹੀਂ ਕਰਦਾ। ਜੇ ਤੇਲ ਦੀ ਧਾਰਾਵਤ ਲੇਹ ਲਾਉਣ ਦਾ ਯਤਨ ਵੀ ਕਰੀਏ ਤਾਂ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਔਰ ਜਿਹੜੇ ਭੁੱਖੇ ਮਨ ਹਨ ਉਹਨਾਂ ਦੀ ਭੁੱਖ ਕਦੇ ਨਹੀਂ ਉਤਰਦੀ, ਭਾਵੇਂ ਪੁਰੀਆਂ ਦੇ ਭਾਰ। ਪੰਡਾ ਬਨ ਕੇ ਭਾਰ ਨਾਮ ਪੰਡ ਦਾ। ਸਾਰੀਆਂ ਪੁਰੀਆਂ ਦੇ ਲੋਕ ਪ੍ਰਲੋਕ ਦੇ ਪਦਾਰਥ ਜਿਹੜੇ ਹਨ ਉਹ ਸਾਰੇ ਬੰਨ ਕੇ ਕੋਲ ਰੱਖ ਦਈਏ ਤਾਂ ਵੀ ਜਿਹੜਾ ਤ੍ਰਿਸ਼ਨਾਲੂ ਮਨ ਹੈ ਉਸ ਦੀ ਤ੍ਰਿਸ਼ਨਾ ਨਹੀਂ ਉਤਰ ਸਕਦੀ। ਇੱਕ ਤ੍ਰਿਸ਼ਨਾਲੂ ਬ੍ਰਾਹਮਣ ਦੀ ਸਾਖੀ ਪੁਰਾਣਾ 'ਚ ਲਿਖੀ ਹੋਈ ਹੈ ਕਿ ਉਸ ਨੂੰ ਕਿਸੇ ਨੇ ਦੱਸਤਾ ਵੀ ਸ਼ਿਵ ਬੜੀ ਛੇਤੀ ਪ੍ਰਸੰਨ ਹੁੰਦੇ ਨੇ। ਉਹਨੇ ਸ਼ਿਵ ਦੇ ਨਾਮ ਦੀ ਆਰਾਧਨਾ ਕੀਤੀ, ਸ਼ਿਵ ਪ੍ਰਗਟ ਹੋਏ। ਕਹਿਣ ਲੱਗੇ ਦੱਸ ਜਿਹੜਾ ਕੀ ਇੱਛਾ? ਕਹਿਣ ਲੱਗਾ ਜੀ ਮੈਂ ਮਾਇਆ ਦਾ ਲੋੜੂ ਹਾਂ, ਮਾਇਆ ਖੁੱਲੀ ਡੁੱਲੀ ਬਖਸ਼ੋ। ਤੇ ਸ਼ਿਵ ਨੇ ਕਹਿੰਦੇ 4 ਬੱਤੀਆਂ ਦਿੱਤੀਆਂ, ਲੈ ਜਿਹੜਾ ਆ ਬੱਤੀ ਜਗਾ ਕੇ ਉੱਤਰ ਦਿਸ਼ਾ ਨੂੰ ਜਾਏ। ਜਿੱਥੇ ਜਾ ਕੇ ਬੱਤੀ ਬੁਝ ਜਾਏ ਉੱਥੇ ਧਰਤੀ ਪੁੱਟੀ, ਥੱਲੇ ਇੱਕ ਦਰਵਾਜ਼ਾ ਨਿਕਲੇਗਾ। ਸੋ ਦਰਵਾਜ਼ਾ ਖੋਲ ਕੇ ਅੰਦਰ ਵੜ ਜਾਏ ਤੇ ਉੱਥੋਂ ਜੋ ਚਾਹੀਦਾ ਤਾਂ ਮਿਲ ਜਾਏਗਾ। ਖੁੱਲੀ ਮਾਇਆ ਤੈਨੂੰ ਮਿਲੇਗੀ। ਜੇ ਨਾ ਤੇਰਾ ਮਨ ਰੱਜਾ ਫਿਰ ਦੂਜੀ ਬੱਤੀ ਜਗਾ ਕੇ ਦੱਖਣ ਦਿਸ਼ਾ ਨੂੰ ਜਾਏ, ਉੱਥੋਂ ਵੀ ਤੈਨੂੰ ਕੁਝ ਮਿਲੇਗਾ ਇਸੇ ਤਰ੍ਹਾਂ ਧਰਤੀ ਪੁੱਟਣ ਤੋਂ। ਫਿਰ ਤੀਜੀ ਬੱਤੀ ਜਗਾਈ, ਜੇ ਨਾ ਇੱਛਾ ਪੂਰੀ ਹੋਈ ਮੁਕੰਮਲ ਤਾਂ ਤੀਜੀ ਬੱਤੀ ਜਗਾ ਕੇ ਪੂਰਬ ਦੀ ਦਿਸ਼ਾ ਨੂੰ ਜਾਏ, ਉੱਥੋਂ ਵੀ ਕੁਝ ਮਿਲੇਗਾ। ਪਰ ਚੌਥੀ ਬੱਤੀ ਜਗਾ ਕੇ ਪੱਛਮ ਵਾਲੇ ਪਾਸੇ ਨੂੰ ਨਾ ਚਲਿਆ ਜਾਏ, ਜੇ ਕਿਉਂ ਤੇ ਫਸ ਜਾਏਗਾ। ਔਰ ਉਹ ਤ੍ਰਿਸ਼ਨਾਲੂ ਸੀ। ਪਹਿਲੀ ਬੱਤੀ ਜਗਾ ਕੇ ਜਦੋਂ ਉੱਤਰ ਦੀ ਤਰਫ ਨੂੰ ਗਿਆ, ਪਹਾੜ ਦੀ ਤਰਫ ਨੂੰ, ਜਿੱਥੇ ਜਾ ਕੇ ਬੱਤੀ ਬੁਝੀ ਧਰਤੀ ਪੱਟੀ, ਦਰਵਾਜ਼ਾ ਨਿਕਲਿਆ, ਅੰਦਰ ਵੜ ਗਿਆ। ਉੱਥੋਂ ਉਹਨੂੰ ਪੈਸਾ ਧੇਲਾ ਖੁੱਲਾ ਮਿਲਿਆ। ਕਹਿਣ ਲੱਗਾ ਇਹ ਤਾਂ ਵੇਖ ਲਈ ਮਾਇਆ, ਹੁਣ ਲੈ ਕੇ ਨਾ ਜਾਈਏ, ਇੱਥੇ ਰਹਿਣ ਦੀ। ਉਸੇ ਤਰ੍ਹਾਂ ਦਰਵਾਜ਼ਾ ਬੰਦ ਕਰਕੇ ਕਿ ਮਿੱਟੀ ਕਰ ਦਿੱਤੀ। ਫਿਰ ਦੂਜੀ ਬੱਤੀ ਜਗਾ ਕੇ ਦੱਖਣ ਨੂੰ ਗਿਆ। ਜਦੋਂ ਉੱਥੋਂ ਜਾ ਕੇ ਧਰਤੀ ਪੁੱਟੀ ਤੇ ਇਸੇ ਤਰ੍ਹਾਂ ਦਰਵਾਜ਼ਾ ਨਿਕਲਿਆ, ਅੰਦਰ ਵੜਿਆ ਤਾਂ ਉੱਥੋਂ ਉਸ ਨੂੰ ਚਾਂਦੀ ਮਿਲੀ। ਔਰ ਫਿਰ ਕਹਿਣ ਲੱਗਾ ਵੀ ਹੁਣ ਭਾਰ ਵੇਖ ਲਿਆ, ਚਾਂਦੀ ਦੇ ਢੇਰ ਲੱਗੇ ਹੋਏ, ਇਹ ਕੋਈ ਨਹੀਂ, ਇਹ ਤਾਂ ਆਪਣੇ ਹੱਥ ਆ ਗਏ, ਬਾਅਦ ਚ ਲੈ ਜਾਵਾਂਗੇ। ਫਿਰ ਤੀਜੀ ਬੱਤੀ ਜਗਾ ਕੇ ਪੂਰਬ ਵਾਲੇ ਪਾਸੇ ਨੂੰ ਗਿਆ। ਜਦੋਂ ਉੱਥੋਂ ਜਾ ਕੇ ਪੁੱਟਿਆ, ਧਰਤੀ ਨੂੰ ਅੰਦਰ ਵੜਿਆ ਤੇ ਉੱਥੇ ਸੋਨੇ ਦੀਆਂ ਮੋਹਰਾਂ ਬਹੁਤ ਵਿਛੀਆਂ ਹੋਈਆਂ। ਕਹਿਣ ਲੱਗਾ ਸ਼ਿਵ ਨੇ ਕਿਹਾ ਸੀ ਚੌਥੇ ਪਾਸੇ ਨਾ ਜਾਈ, ਉੱਥੇ ਖਾਸ ਚੀਜ਼ ਹੀਰੇ ਲਾਲ ਜਵਾਹਰਾਤ ਹੋਣਗੇ, ਇਸ ਕਰਕੇ ਉਹਨਾਂ ਰੋਕਿਆ ਸੀ ਮੈਨੂੰ, ਉੱਧਰ ਜਾ ਕੇ ਵੇਖ ਲਈਏ। ਔਰ ਤ੍ਰਿਸ਼ਨਾ ਬੁਝੀ ਨਾ, ਜਦੋਂ ਚੌਥੇ ਪਾਸੇ ਪੱਛਮ ਨੂੰ ਗਿਆ, ਜਿਸ ਵੇਲੇ ਉਹਨੇ ਧਰਤੀ ਪੁੱਟੀ, ਦਰਵਾਜ਼ਾ ਖੋਲ ਕੇ ਅੰਦਰ ਲੰਘਿਆ ਤੇ ਅੰਦਰ ਹੀਰੇ ਲਾਲ ਜਵਾਹਰਾਤ ਤੇ ਇੱਕ ਮਨੁੱਖ ਸੀ ਜਿਹੜਾ ਉਹਦਾ ਸਿਰ ਛੱਤ ਦੇ ਥੱਲੇ, ਸ਼ਤੀਰ ਦੇ ਥੱਲੇ ਹੈ। ਉਹਨੂੰ ਪੁੱਛਦਾ ਵੀ ਹੋਰ ਵੀ ਕੁਝ ਹੈ ਇੱਥੇ? ਉਸਨੇ ਕਿਹਾ ਮੇਰੇ ਸਿਰ ਤੇ ਸ਼ਤੀਰ ਹੈ, ਭਾਰ ਬਹੁਤ ਹੈ। ਇਸ਼ਾਰਾ ਕੀਤਾ, ਜਰਾ ਕਿ ਸ਼ਤੀਰ ਦੇ ਥੱਲੇ ਤੋਂ ਆਪਣਾ ਸਿਰ ਦੇ, ਫਿਰ ਮੈਂ ਤੈਨੂੰ ਦੱਸਦਾ ਇੱਥੇ ਬੜਾ ਕੁਝ। ਇਸ਼ਾਰਾ ਕੀਤਾ, ਇਸ਼ਾਰੇ ਦੇ ਨਾਲ ਇਹ ਆਖੇ ਲੱਗ ਗਿਆ ਤੇ ਇਹਨੇ ਸ਼ਤੀਰ ਦੇ ਥੱਲੇ ਸਿਰ ਦੇ ਲਿਆ। ਉਹ ਬੰਦਾ ਥੱਲੇ ਨਿਕਲ ਕੇ ਬਾਹਰ ਨੂੰ ਲੱਗਾ ਜਾਣ, ਰੌਲਾ ਪਾ ਗੂੰਗਿਆ ਉੱਚੀ ਜਿਹੀ ਬੋਲੇ ਤੇ ਉਹ ਵੇਖ ਕੇ ਤੁਹਾਨੂੰ ਕਹਿਣ ਲੱਗਾ ਜਿਚਰ ਲੋਭੀ ਦਾਸ ਨੂੰ ਤੁਸੀਂ ਛਡਾਇਆ ਆਣ, ਇਕਰ ਤੁਹਾਨੂੰ ਮਿਸਰ ਜੂ ਕੋਈ ਔਰ ਛਡਾਵਾ। ਕਹਿਣ ਲੱਗਾ ਤੇਰੇ ਵਰਗਾ ਤ੍ਰਿਸ਼ਨਾ ਦਾ ਮਾਰਿਆ ਹੋਇਆ ਮੈਂ ਸੀ ਤੇ ਇਸੇ ਤਰ੍ਹਾਂ ਮੈਂ ਫਸਿਆ ਸੀ, ਇੱਥੇ ਆ ਕੇ ਘੋਰ ਨੂੰ ਕੱਢਿਆ ਸੀ ਇੱਥੋਂ। ਹੁਣ ਜਿਹੜਾ ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਆਵੇਗਾ ਉਹ ਤੈਨੂੰ ਇੱਥੋਂ ਕੱਢੇਗਾ। ਇਸ ਪ੍ਰਕਾਰ ਜਿਹੜੀ ਤ੍ਰਿਸ਼ਨਾ ਹਜ਼ੂਰ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਰਨਾ ਹੋ ਰਹਾ, ਪਰਾ ਪਰਾ ਹੀ ਕੋ ਲੁਝੀ ਹੈ।
ਜਿਹਦੇ ਕੋਲ ਇੱਕ ਆ ਉਹ ਕਹਿੰਦਾ 100 ਹੋ ਜਾਏ, ਜਿਹੜਾ 100 ਹੈ ਉਹ ਕਹਿੰਦਾ ਮੇਰੇ ਕੋਲ 1000 ਹੋ ਜਾਏ, 1000 ਤੋਂ ਲੱਖਾਂ, ਲੱਖਾਂ ਤੋਂ ਕਰੋੜਾਂ, ਅਰਬਾਂ, ਖਰਬਾਂ, ਨੀਲ ਪਦਮ ਸੰਖ। ਔਰ ਗਿਣਤੀ ਮਿਣਤੀ ਕੋਈ ਨਹੀਂ ਇਸ ਤ੍ਰਿਸ਼ਨਾ ਦੀ। ਜਿਵੇਂ ਅੱਗ ਦੇ ਉੱਤੇ ਲੱਕੜਾਂ ਪਾਈ ਜਾਈਏ ਤੇ ਤਿਵੇਂ ਤਿਵੇਂ ਅੱਗ ਮੱਚਦੀ ਹੈ। ਇਸੇ ਪ੍ਰਕਾਰ ਇਹ ਤ੍ਰਿਸ਼ਨਾ ਦੀ ਹਾਲਤ ਹੈ। ਜਿਵੇਂ ਜਿਵੇਂ ਪਦਾਰਥ ਜਮ੍ਹਾਂ ਹੋਈ ਜਾਣਗੇ ਤਿਵੇਂ ਤਿਵੇਂ ਤ੍ਰਿਸ਼ਨਾ ਵੱਧਦੀ ਜਾਏਗੀ। ਜਿਹਨੂੰ ਜਮ੍ਹਾਂ ਕਰਨ ਦੀ ਆਦਤ ਪੈ ਜਾਏ ਉਹ ਖਰਚਣ ਤੋਂ ਵੀ ਸੰਕੋਚ ਕਰਦਾ, ਉਹ ਕੰਜੂਸ ਬਣਦਾ ਜਾਂਦਾ। ਜਿਹਦੇ ਕੋਲ ਥੋੜੇ ਉਹ ਤਾਂ ਖਰਚ ਲੈਂਦਾ ਵੀ ਕਿਹੜੇ ਮਹਾਨ ਉਸਰਨ ਲੱਗੇ ਆ। ਜਦੋਂ ਜਮ੍ਹਾਂ ਕਰਨ ਦੀ ਆਦਤ ਪੈ ਜਾਂਦੀ ਫਿਰ ਮਨੁੱਖ ਜਮ੍ਹਾਂ ਕਰਦਾ ਵੀ ਇਹ ਹੁਣ ਕੰਮ ਆਵੇਗੀ, ਕੰਮ ਹੋਇਆ ਹੋਣੀ ਕਿ ਨਹੀਂ ਆਉਣੀ। ਔਰ ਇਸ ਪ੍ਰਕਾਰ ਕੋ ਬਜ਼ੁਰਗ ਸੀ ਤੇ ਉਹਨੇ ਮਾਇਆ ਜਮ੍ਹਾਂ ਕਰ ਕਰਕੇ ਕੰਧਾਂ 'ਚ ਦੱਬੀ ਹੋਈ ਸੀ ਪੁਰਾਣੇ ਸਮੇਂ 'ਚ। ਤੇ ਜਦੋਂ ਚੜ੍ਹਾਈ ਕਰਨ ਲੱਗਾ ਉਹਦੇ ਕੋਲ ਬੋਲਿਆ ਤਾਂ ਜਾਵੇ ਨਾ, ਘੋਰੂ ਵੱਜ ਰਿਹਾ ਸੀ, ਜਾਨ ਨਹੀਂ ਸੀ ਨਿਕਲਦੀ। ਕਈਆਂ ਨੂੰ ਤੁਸੀਂ ਦੇਖਿਆ ਹੋਵੇਗਾ ਬਜ਼ੁਰਗਾਂ ਨੂੰ ਕਈ ਦਿਨ ਲੜਕੇ ਰਹਿੰਦੇ ਆ, ਜ਼ਬਾਨ ਤਾਲੂ ਨਾਲ ਲੱਗ ਜਾਂਦੀ, ਇਹਨੂੰ ਘੋਰੂ ਵੱਜਣਾ ਕਹਿੰਦੇ ਆ। ਔਰ ਇਹ ਗ੍ਰੰਥਾਂ 'ਚ ਲਿਖਿਆ ਹੋਇਆ ਵੀ ਜਿਸ ਵੇਲੇ ਜਮਦੂਤ ਸੂਖਮ ਸਰੀਰ ਨੂੰ, ਰੂਹ ਨੂੰ ਸਥੂਲ ਸਰੀਰ ਨਾਲੋਂ ਕੱਟਦੇ ਆ ਬੜਾ ਭਾਰੀ ਦੁੱਖ ਹੁੰਦਾ। ਕੰਡਿਆਂ ਵਾਲਾ ਛਾਪਾ ਮੂੰਹ ਵਿੱਚ ਦੀ ਪਾ ਕੇ ਜੇ ਗੁਦਾਵੇ ਦੀ ਖਿੱਚਿਆ ਜਾਏ ਤੇ ਜਿਵੇਂ ਨਾੜਾਂ ਬਾਹਰ ਆਉਂਦੀਆਂ, ਇਵੇਂ ਮਰਨ ਵੇਲੇ ਮਨਮੁਖ ਦੀ ਇਹ ਹਾਲਤ ਹੁੰਦੀ ਹੈ, ਪਰ ਬਿਆਨ ਨਹੀਂ ਕਰ ਸਕਦਾ। ਇਹ ਬੰਦਗੀ ਦੇ ਪ੍ਰਤਾਪ ਨਾਲ ਇਸ ਦੁੱਖ ਤੋਂ ਬਚਿਆ ਜਾਂਦਾ, ਫਿਰ ਨਹੀਂ ਕੁਛ ਹੁੰਦਾ। ਬਾਕੀ ਲੋਕਾਂ ਦਾ ਇਸ ਤਰ੍ਹਾਂ ਦਾ ਹਾਲ ਹੁੰਦਾ ਮਰਨ ਵੇਲੇ। ਔਰ ਇਸ ਪ੍ਰਕਾਰ ਜਦੋਂ ਐਸੀ ਹਾਲਤ ਸੀ ਤੇ ਦੁਆਲੇ ਪਿੰਡ ਦੇ ਲੋਕ ਇਕੱਠੇ ਹੋਏ ਤੇ ਬਜ਼ੁਰਗ ਕੰਧਾਂ ਵੱਲ ਇਸ਼ਾਰੇ ਕਰੇ ਆਪਣੇ ਪੁੱਤਰਾਂ ਨੂੰ। ਉਹਦਾ ਮਤਲਬ ਸੀ ਵੀ ਕੰਧਾਂ ਜਿਹੜੀ ਮਾਇਆ ਦੱਬੀ ਕੋਈ ਪੁੱਟ ਕੇ ਥੋੜੀ ਬਹੁਤੀ ਦਾਨ ਪੁੰਨ ਕਰ ਦਿਓ, ਮੇਰੇ ਪ੍ਰਾਣ ਤਾਂ ਸੌਖੇ ਨਿਕਲ ਜਾਣ। ਤੇ ਉਹ ਲੋਕ ਪੁੱਛਦੇ ਆ ਮੁੰਡਿਆਂ ਨੂੰ ਵੀ ਬੁੱਢਾ ਤੁਹਾਡਾ ਇਸ਼ਾਰੇ ਕਰਦਾ ਕੰਧਾਂ ਵੱਲ ਨੂੰ ਕੀ ਕਹਿੰਦਾ, ਤੁਹਾਨੂੰ ਪਤਾ ਹੋਣਾ। ਉਹਨਾਂ ਦਾ ਖਿਆਲ ਸੀ ਵੀ ਹੁਣ ਮਰ ਤਾਂ ਚੱਲਿਆ ਹੀ ਆ, 4 ਸਾਹ ਔਖੇ ਲੱਗ ਜਾਵੇਗਾ, ਅੱਜ ਨਹੀਂ ਤੇ ਕੱਲ ਨੂੰ ਮਰ ਜਾਏਗਾ, ਸਾਡੇ ਕੰਮ ਦਾ ਤਾਂ ਰਿਹਾ ਨਹੀਂ, ਹੁਣ ਮਾਇਆ ਕਾਹਨੂੰ ਦਾਨ ਕਰੀਏ ਪੁੱਟ ਕੇ। ਉਹ ਕਹਿਣ ਲੱਗੇ ਬਜ਼ੁਰਗ ਇਸ਼ਾਰੇ ਕਰਦਾ ਵੀ ਕੰਧਾਂ ਨੀਵੀਆਂ ਰਹਿ ਗਈਆਂ, ਉੱਚੀਆਂ ਬਣਾਓ। ਸੋ ਇਸ ਪ੍ਰਕਾਰ ਧਨ ਲੋਕਾਂ ਤਨ ਭਸਮੈ ਢੇਰੀ। ਧਨ ਜਿਹੜਾ ਜਮ੍ਹਾਂ ਕਰਦੇ ਸੀ ਮਰ ਜਾਂਦੇ ਉਹ ਲੋਕਾਂ ਦੇ ਕੰਮੋਂ ਦਾ, ਚਾਹੇ ਆਪਣੇ ਹੋਣ ਚਾਹੇ ਬਗਾਨੇ ਹੈ, ਇੱਕੋ ਹੀ ਗੱਲ ਆ, ਬਗਾਨੇ ਹੀ ਸਾਰੇ। ਜਿਹਨਾਂ ਨੂੰ ਆਪਣੇ ਸਮਝਿਆ ਉਹਨਾਂ ਵਿੱਚੋਂ ਕਿਹੜਾ ਕਿਸੇ ਨਾਲ ਜਾਣਾ। ਜਿਵੇਂ ਬਾਲਮੀਕ ਜਿਹੜਾ ਸੀ ਇਹ ਬਟਵਾੜਾ ਸੀ ਤੇ ਮਹਾਤਮਾ ਜਾ ਰਹੇ ਸੀ, ਉਹਨਾਂ ਨੂੰ ਕਹਿਣ ਲੱਗਾ ਲਾਓ ਆਪਣੇ ਕੱਪੜੇ। ਉਹ ਕਹਿਣ ਲੱਗੇ ਸਾਡੇ ਕੋਲ ਹੈ ਕੁਛ ਨਹੀਂ, ਇਹੋ ਭਗਵਾਨ ਲਿਬਾਸ ਸੀ ਸਾਡਾ, ਇਹ ਕਿਹੜੇ ਕੰਮ ਆਵੇਗਾ। ਕਹਿਣ ਲੱਗਾ ਮੇਰੇ ਘਰ ਦੇ ਮੈਂਬਰ ਪਾਲਣਗੇ ਇਹਨਾਂ ਨੂੰ ਸਵਾ ਕੇ ਬਦਲਾ ਕੇ। ਕਹਿਣ ਲੱਗੇ ਵੀ ਜਾ ਪੁੱਛ ਕੇ ਆ, ਜੇ ਤੈਨੂੰ ਮਾਰ ਪਈ ਤੇਰੇ ਕਰਮਾਂ ਦੀ ਸਜ਼ਾ ਮਿਲੀ ਫਿਰ ਕੋਈ ਸਾਥ ਦੇਵੇਗਾ। ਸਾਡਾ ਬਚਨ ਰਿਹਾ ਤੇਰੇ ਨਾਲ ਵਾਅਦਾ ਰਿਹਾ ਸੀ ਜਾਂਦੇ ਨੇ। ਘਰ ਨੂੰ ਪੁੱਛਣ ਘੱਲਿਆ ਅੰਤਕਾਲ ਹੈ ਕੋਈ ਅਸਾੜਾ। ਔਰ ਜਿਸ ਵੇਲੇ ਘਰ ਆਏ ਕੋੜ ਬੜਾ ਚੌਖੰਨੀ ਹੈ ਕੋਈ ਨਾ ਬੇਲੀ ਕਰਦੇ ਝਾੜਾ। ਭਾਈ ਗੁਰਦਾਸ ਨੇ ਲਿਖਿਆ ਜਿਸ ਵੇਲੇ ਘਰ ਗਿਆ ਤਾਂ ਪੁੱਛਿਆ ਵੀ ਜੇ ਮੈਨੂੰ ਕੁੱਟ ਪਈ, ਮੇਰੇ ਕਰਮਾਂ ਦੀ ਸਜ਼ਾ ਮਿਲੀ, ਤੁਸੀਂ ਮੇਰੇ ਥਾਂ ਕੁੱਟ ਖਾਓਗੇ। ਸਾਰੇ ਜਵਾਬ ਦੇ ਦਿੱਤਾ ਵੀ ਸਾਨੂੰ ਨਹੀਂ ਪਤਾ ਕਿੱਥੋਂ ਲਿਆ ਕੇ ਸਾਨੂੰ ਛਡਾਉਣਾ, ਜਿੱਥੋਂ ਮਰਜ਼ੀ ਲਿਆ ਖਵਾ, ਅਸੀਂ ਤੇਰਾ ਸਾਥ ਨਹੀਂ ਦੇਣਾ। ਔਰ ਇਸ ਪ੍ਰਕਾਰ ਜਦੋਂ ਵਾਪਸ ਆਇਆ ਤੇ ਉਸ ਵਕਤ ਉਹ ਮਹਾਤਮਾ ਜਿਹੜੇ ਸੀ ਉਹਨਾਂ ਪੁੱਛਿਆ ਦੱਸ। ਕਹਿਣ ਲੱਗਾ ਜੀ ਕੋਈ ਮੇਰੇ ਥਾਂ ਨਹੀਂ ਖੜਦਾ। ਕਹਿਣ ਲੱਗਾ ਹੁਣ ਕੀ ਕਰਾਂ, ਮੈਂ ਤਾਂ ਬੜੇ ਮਾੜੇ ਕਰਮ ਕੀਤੇ ਆ। ਅਸਰ ਪੈ ਗਿਆ ਸੀ ਮਹਾਤਮਾ ਦੇ ਦਰਸ਼ਨਾਂ ਦਾ, ਭਜਨਾਂ ਦਾ। ਕਹਿਣ ਲੱਗੇ ਫਿਰ ਮਰਾ ਦਾ ਜਾਪ ਕਰ, ਕਿਉਂਕਿ ਮਨ ਬੈੜਾ ਸੀ, ਰਾਮ ਰਾਮ ਜਪਣ ਨੂੰ ਨਹੀਂ ਸੀ ਮਰਨਾ। ਕਹਿੰਦੇ ਮਰਾ ਦਾ ਪਛਤਾਪ ਕਰ ਇੱਥੇ ਬਹਿ ਕੇ। ਫਿਰ ਮਰਾ ਤੋਂ ਰਾਮ ਬਣ ਗਿਆ। ਉਹੀ ਬਾਲਮੀਕ ਬਟਵਾੜਾ ਬ੍ਰਹਮ ਗਿਆਨੀ ਸੰਤ ਹੋ ਨਿਬੜਿਆ। ਔਰ ਇਸ ਪ੍ਰਕਾਰ ਗੁਰੂ ਕੇ ਪਿਆਰੇ ਹੋ ਜੇ ਸਮਝ ਪੈ ਜਾਏ ਤਾਂ ਕਬੀਰ ਜੀ ਕਹਿੰਦੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆਨ ਲੁਟਾਵੈ। ਬੜੇ ਪ੍ਰਪੰਚ ਵਲ ਛਲ ਠਗੀਆਂ ਧੋਖੇ ਫਰੇਬ ਹੇਰਾ ਫੇਰੀਆਂ ਝੂਠ ਬੋਲ ਕੇ ਪਰਾਇਆ ਧਨ ਲਿਆ ਕੇ ਆਪਣੀ ਔਲਾਦ ਸੰਤਾਨ ਨੂੰ ਦਿੰਦਾ, ਘਰ ਵਾਲੇ ਨੂੰ ਦਿੰਦਾ, ਔਰ ਉਹ ਫਿਰ ਸਾਥ ਨਹੀਂ ਦਿੰਦੇ। ਔਰ ਸੁਤਦਾਰਾ ਪੈ ਆਨ ਲੁਟਾਵਾ ਵੀ ਬਗਾਨੇ ਹੀ ਆ, ਆਪਣੇ ਸਮਝ ਕੇ ਉਹਨਾਂ ਨੂੰ ਲੁਟਾਈ ਜਾਂਦਾ, ਸਜ਼ਾ ਆਪ ਨੂੰ ਭੋਗਣੀ ਪੈਂਦੀ ਆ। ਮਨ ਮੇਰੇ ਭੂਲੇ ਕਪਟ ਮੈਂ ਕੀਜਾ, ਅੰਤ ਨਵੇਰਾ ਤੇਰੇ ਜੀ ਪਹਿ ਲੀਜਾ। ਔਰ ਇਸ ਪ੍ਰਕਾਰ ਧਨ ਦੇ ਉੱਪਰ ਇਹਨੂੰ ਵਿਸ਼ਵਾਸ ਹੈ, ਪਰ ਵਾਹਿਗੁਰੂ ਤੇ ਵਿਸ਼ਵਾਸ ਨਹੀਂ ਜਿਹੜਾ ਸਾਰੇ ਜੀਆਂ ਨੂੰ ਰਿਜ਼ਕ ਦੇ ਰਿਹਾ ਹੈ। ਮਹਾਰਾਜ ਸਾਹਿਬ ਕਹਿੰਦੇ ਤੂੰ ਚਿੰਤਾ ਕਿਉਂ ਕਰਦਾ, ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ। ਇਹ ਤ੍ਰਿਸ਼ਨਾ ਦੇ ਅਧੀਨ ਤਾਂ ਹੀ ਹੁੰਦਾ, ਪਰਿਵਾਰ ਦਾ ਮੋਹ ਕਰਦਾ, ਚਿੰਤਾ ਕਰਦਾ, ਭਵਿੱਖ ਦੀ ਚਿੰਤਾ ਕਰਦਾ ਵੀ ਜਮ੍ਹਾਂ ਕਰ ਲਵਾਂ ਆਉਣ ਵਾਲੇ ਸਮੇਂ ਵਾਸਤੇ, ਔਲਾਦ ਵਾਸਤੇ, ਪੋਤ ਪੋਤਰਿਆਂ ਵਾਸਤੇ। ਇਹ ਅਗਿਆਨਤਾ ਹੀ ਇਹਦੇ ਅੰਦਰ ਫੈਲੀ ਹੋਈ ਹੈ। ਔਰ ਜਿਹੜਾ ਤ੍ਰਿਸ਼ਨਾ ਨਾਲ ਭਰਿਆ ਹੋਇਆ ਮਨ ਹੈ, ਭੁੱਖਾ ਹੈ, ਸੋ ਨਾ ਭੁੱਖਿਆਂ ਲੋਕਾਂ ਦੇ ਜ਼ਰੂਰ ਕਹਿੰਦੇ ਭੁੱਖ ਨਹੀਂ ਕਦੇ ਉਤਰ ਸਕਦੀ। ਜੇ ਸਾਰੀਆਂ ਪੁਰੀਆਂ ਦੇ ਭਾਵ ਪਦਾਰਥ ਪੰਡਾ ਬੰਨ ਕੇ ਕੋਲ ਰੱਖਦੀ ਏ
ਤਾਂ ਵੀ ਇਹ ਤ੍ਰਿਸ਼ਨਾ ਵੱਧਦੀ ਜਾਏਗੀ। ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇਸੇ ਤਰ੍ਹਾਂ ਇੱਕ ਖਿਆਲ ਆ ਕਿ ਜਿਹੜੇ ਸ਼ਾਸਤਰ ਹਨ, ਗ੍ਰੰਥ ਹਨ, ਉਹਨਾਂ 'ਚ ਬੜੀਆਂ ਸਿਆਣਪਾਂ ਲਿਖੀਆਂ ਹੋਈਆਂ, ਬੜੇ ਸਮਝਦਾਰੀ ਵਾਲੇ ਬਚਨ ਲਿਖੇ ਹੋਏ ਆ। ਸੋ ਧਾਰਨ ਕਰ ਲਈਏ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਹਿਸ ਮਾਨੇ ਹਜ਼ਾਰਾਂ ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ। ਉਹਨਾਂ ਗ੍ਰੰਥਾਂ 'ਚ ਸ਼ਾਸਤਰਾਂ 'ਚ ਲਿਖੀਆਂ ਹੋਈਆਂ ਜਿਹੜੀਆਂ ਸਿਆਣਪਾਂ ਹਨ, ਚਤੁਰਾਈਆਂ ਹਨ, ਹਜ਼ੂਰ ਕਹਿੰਦੇ ਸਹਿਸ ਸਿਆਣਪ ਪਵਾ ਨਾ ਤਾਓ। ਇਸੇ ਤਰ੍ਹਾਂ ਚਤੁਰਾਈ ਨਾ ਚਤੁਰ ਭੁਜ ਪਾਈ ਹੈ, ਚਾਤਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸਮਾਲ ਤੂੰ ਬੱਧਾ ਛੁਟ ਹੈ ਜਿੱਤ। ਇਹ ਸਾਰੀਆਂ ਜਿਹੜੀਆਂ ਚਾਤਰੀਆਂ ਚਤੁਰਾਈਆਂ ਹਨ, ਸਿਆਣਪਾਂ ਹਨ, ਇਹਨਾਂ 'ਚ ਇੱਕ ਵੀ ਨਾਲ ਨਹੀਂ ਚੱਲਦੀ। ਜਦੋਂ ਪ੍ਰਲੋਕ ਨੂੰ ਜਾਈਦਾ ਹੈ, ਇੱਥੇ ਸਾਰਾ ਕੁਝ ਰਹਿ ਜਾਂਦਾ। ਮਨ ਦੀਆਂ ਸਿਆਣਪਾਂ ਸਾਥ ਨਹੀਂ ਦਿੰਦੀਆਂ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਫਿਰ ਮਹਾਰਾਜ ਜੀ ਕਿਸ ਤਰ੍ਹਾਂ ਸਚਿਆਰੇ ਹੋਈਦਾ ਹੈ, ਕਿਸ ਤਰ੍ਹਾਂ ਅੰਦਰੋਂ ਕੂੜ ਦੀ ਝੂਠ ਦੀ ਪਾਲ ਕੰਧ ਜਿਹੜੀ ਅੰਦਰ ਉਸਰੀ ਹੋਈ ਹੈ। ਸਾਰਾ ਸੰਸਾਰ ਕੂੜ ਝੂਠ ਰੂਪ ਹੈ ਨਾ, ਹੈ ਝੂਠ ਪਰ ਅੱਖਾਂ ਨੂੰ ਪ੍ਰਤੀਤੀ ਮਾਤਰ ਸੱਚਾ ਪ੍ਰਤੀਤ ਹੋ ਰਿਹਾ। ਇਹ ਮਿਥਿਆ ਹੈ। ਮਿਥਿਆ ਚੀਜ਼ ਹੁੰਦੀ ਹੈ ਜੋ ਪਹਿਲਾਂ ਵੀ ਨਾ ਹੋਵੇ, ਆਉਣ ਵਾਲੇ ਸਮੇਂ 'ਚ ਵੀ ਨਾ ਰਹੇ, ਹੁਣ ਵਰਤਮਾਨ ਸਮੇਂ 'ਚ ਹੋਵੇ ਤਾਂ ਝੂਠੀ ਪਰ ਅੱਖਾਂ ਨੂੰ ਸੱਚੀ ਪ੍ਰਤੀਤ ਹੋ ਰਹੀ ਹੋਵੇ, ਉਹਦਾ ਨਾਮ ਹੈ ਮਿਥਿਆ। ਇਹ ਸਰੀਰ ਤੇ ਬਾਕੀ ਸਰੀਰ ਤੇ ਸਰੀਰਾਂ ਦੇ ਨਾਲ ਸੰਬੰਧਿਤ ਜਿੰਨੇ ਪਦਾਰਥ ਹਨ, ਜਿੰਨੀ ਮਾਇਆ ਦਿਖਾਈ ਦੇ ਰਹੀ ਹੈ, ਦ੍ਰਿਸ਼ਮਾਨ ਪ੍ਰਪੰਚ ਹੈ ਇਹ ਝੂਠ ਮੂਠ ਹੀ ਸਾਰਾ ਕੁਝ। ਤੇ ਇਸ ਝੂਠ ਦੀ ਅੰਦਰ ਪਾਲ ਉਸਰੀ ਹੋਈ, ਕੰਧ ਉਸਰੀ ਹੋਈ ਹੈ। ਅਸੀਂ ਝੂਠ ਨਾਲ ਜੁੜੇ ਹੋਏ ਹਾਂ। ਤਾਂ ਗੁਰੂ ਮਹਾਰਾਜ ਕਹਿੰਦੇ ਜਿਹੜੀ ਅਗਿਆਨਤਾ ਹੈ, ਝੂਠੇ ਪਦਾਰਥ ਨੂੰ ਸੱਚੇ ਮੰਨਣ ਵਾਲੀ, ਇਹ ਕੂੜ ਦੀ ਪਾਲ ਕੰਧ ਅੰਦਰੋਂ ਕਿਵੇਂ ਢੱਠੇ, ਕਿ ਕਿਵੇਂ ਸੱਚ ਦੇ ਧਾਰਨੀ ਬਣੀਏ। ਜਿਵੇਂ ਆਸਾ ਦੀ ਵਾਰ 'ਚ ਬਚਨ ਹੁੰਦੇ ਆ ਨਾ, ਸੱਚ ਤਾਂ ਪਰ ਜਾਣੀਏ ਜਨ ਦਾ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹਰਸ਼ਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਸੀਆ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਨ ਜੀਓ, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ। ਐਸੇ ਬਚਨ ਹਨ। ਸੱਚ ਕੇਵਲ ਜ਼ਬਾਨ ਤੋਂ ਬੋਲਣ ਮਾਤਰ ਸੱਚ ਨਹੀਂ, ਸੱਚ ਦੇ ਨਾਲ ਜੁੜਿਆ ਹੋਇਆ ਉਹ ਹੈ ਜਿਹੜਾ ਪਰਮੇਸ਼ਰ ਦੇ ਸੱਚੇ ਨਾਮ ਨਾਲ ਜੁੜਿਆ ਹੋਇਆ। ਬਾਕੀ ਸਾਰਾ ਕੁਝ ਕੂੜ ਝੂਠ ਸਮਝ ਕੇ ਸੱਚ ਦੇ ਨਾਲ ਲਗਾਓ ਪੈਦਾ ਹੋ ਗਿਆ। ਇਸ ਪ੍ਰਕਾਰ ਸਰੀਰ ਦੀ ਮੌਤ ਨੂੰ ਸੱਚੀ ਮੰਨ ਕੇ ਤੇ ਵਾਹਿਗੁਰੂ ਦੇ ਸੱਚੇ ਨਾਮ ਨਾਲ ਜਿਹੜਾ ਜੁੜਿਆ ਹੋਇਆ ਉਹ ਹੈ ਸੱਚ ਦਾ ਧਾਰਨ। ਕਿਵੇਂ ਹੋ ਜੇ ਸਚਿਆਰ ਹੋਈਏ, ਕਿਵੇਂ ਝੂਠ ਦੀ ਪਾਲ ਕੰਧ ਅੰਦਰੋਂ ਟੁੱਟ ਜਾਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹਜ਼ੂਰ ਕਹਿੰਦੇ ਨੇ ਕਿ ਹੁਕਮੀ ਜੋ ਪ੍ਰਮਾਤਮਾ ਹੈ, ਰਜਾਈ ਰਜਾ ਦਾ ਮਾਲਕ, ਜਿਸ ਦੀ ਰਜਾ ਵਿੱਚ ਹੀ ਸਾਰਾ ਕੁਝ ਹੋ ਰਿਹਾ। ਕੀਤਾ ਕਰਨਾ ਸਰਬ ਰਜਾਈ, ਜੇ ਕਿਛ ਕੀਚਾ ਜੇ ਕਰ ਸਕੀਆ, ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਆਸਾ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜੋ ਭਾਵੈ ਤਿਵੈ ਬਖਸ਼। ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਇਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਕੋ ਮਨ ਮੁਖ ਕਰਹਿ ਸਿਰੋਵੈ। ਹਰ ਕੀ ਵਡਿਆਈ ਹਮ ਆਖ ਨਾ ਸਾਕਾਂ, ਹਉ ਮੂਰਖ ਮੁਗਧ ਨਹੀਂ ਚਾਣ। ਜਨ ਨਾਨਕ ਕੋ ਹਰ ਬਖਸ਼ ਲੈ, ਮੇਰੇ ਸਵਾਮੀ ਸਰਣਾਗਤ ਪਿਆ ਜਾਣ। ਇਸ ਤਰ੍ਹਾਂ ਬਾਰੇ ਕਹਿੰਦੇ ਉਸ ਰਜਾਈ ਪਰਮਾਤਮਾ ਦੇ ਹੁਕਮ ਅਨੁਸਾਰ ਜਿਹੜਾ ਚੱਲਣਾ ਹੈ। ਨਾਲ ਹੀ ਲਿਖਿਆ ਹੋਇਆ ਹੁਕਮ, ਭਾਵ ਜੀਆਂ ਦੇ ਮਸਤਕ ਤੇ ਲੇਖ ਲਿਖੇ ਹੋਏ ਨੇ। ਇੰਨੀ ਕੁ ਦਾਤ ਮਿਲੇਗੀ, ਇੰਨੀ ਕੁ ਪ੍ਰਭਤਾ ਮਿਲੇਗੀ, ਇੰਨੀ ਵਡਿਆਈ ਮਿਲੇਗੀ, ਇੰਨੇ ਪਦਾਰਥ ਮਿਲਣਗੇ, ਨਾ ਸੁਖ ਮਿਲੇਗਾ ਨਾ ਦੁੱਖ ਮਿਲੇਗਾ। ਭਾਵ ਹੈ ਕਿ ਰਜਾ 'ਚ ਪ੍ਰਸੰਨ ਚਿਤ ਰਹਿਣਾ, ਵਾਹਿਗੁਰੂ ਦੇ ਹੁਕਮ ਦੀ ਅਦੂਲੀ ਨਹੀਂ ਕਰਨੀ। ਆਹ ਨੇ ਜੀ ਕੋ ਕੀਤਾ ਹੈ, ਜੀ ਕੋ ਕੀਤਾ ਹੈ, ਭਾਣੇ 'ਚ ਪ੍ਰਸੰਨ ਹੋ ਕੇ ਚੱਲਣਾ ਤੇ ਭਾਣਾ ਰਜਾ ਉਸ ਦੀ। ਵਾਹਿਗੁਰੂ ਦਾ ਹੁਕਮ ਜਿਹੜਾ ਜੀਆਂ ਦੇ ਨਾਲ ਹੀ ਲਿਖਿਆ ਹੋਇਆ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਇੱਕ ਨਾਮ ਦਾ ਹੀ ਹੁਕਮ ਹੈ, ਤੁਸੀਂ ਨਾਮ ਨਾਲ ਜੁੜੇ ਰਹੋ। ਜੋ ਵਾਹਿਗੁਰੂ ਕਰਦਾ ਸਹੀ ਕਰਦਾ, ਇਹੋ ਜਿਹੀ ਭਾਵਨਾ ਅੰਦਰ ਬਣਾਓ। ਇਸ ਪ੍ਰਕਾਰ ਜਿਹੜੀ ਰਜਾ ਨੂੰ ਮੰਨਣਾ ਹੈ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ, ਇਹਦੇ ਨਾਲ ਪਰਮੇਸ਼ਰ ਦੇ ਨੇੜੇ ਹੋਵੇ। 8 ਪਹਿਰ ਨਿਕਟ ਕਰ ਜਾਣਾ,
ਪ੍ਰਭ ਕਾ ਕੀਆ ਮੀਠਾ ਮਨ। ਭਾਈ ਸੰਤੋਖ ਨੇ ਲਿਖਿਆ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥਿ ਪਾਵਨ। ਹੰਕਾਰ ਨੂੰ ਛੱਡ ਦੇਣਾ ਔਰ ਸ਼ਰਨ ਚ ਪੈ ਕੇ ਨਾਮ ਵਿੱਚ ਲਿਵ ਲਾਉਣੀ ਤੇ ਭਾਣੇ ਨੂੰ ਮੰਨਣਾ, ਇਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਪਾਵਨ ਪਵਿੱਤਰ ਰਸਤਾ ਹੈ। ਜਿਹੜੇ ਰਜਾ ਨੂੰ ਨਹੀਂ ਮੰਨਦੇ, ਪ੍ਰਮਾਤਮਾ ਦੇ ਹੁਕਮ ਦੀ ਦੂਲੀ ਕਰਦੇ ਆ, ਉਹ ਪਰਮੇਸ਼ਰ ਨੂੰ ਕਿਵੇਂ ਭਾ ਜਾਣਗੇ? ਜਿਵੇਂ ਕੋਈ ਪੁੱਤ ਆਪਣੇ ਪਿਓ ਦੀ ਆਗਿਆ ਦਾ ਪਾਲਣ ਨਾ ਕਰੇ ਤਾਂ ਪਿਤਾ ਦੀ ਪ੍ਰਸੰਨਤਾ ਨਹੀਂ ਮਿਲ ਸਕਦੀ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਹੀ ਵੇਖ ਲਓ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਹਰ ਹੁਕਮ ਸਿਰ ਮੱਥੇ ਤੇ ਮੰਨਿਆ, ਤਾਂ ਗੁਰਿਆਈ ਦੇ ਵਾਰਸ ਬਣੇ, ਪ੍ਰਸੰਨਤਾ ਦੇ ਮਾਲਕ ਬਣੇ। ਇਸੇ ਤਰ੍ਹਾਂ ਗੁਰੂ ਅਮਰਦਾਸ ਨੇ ਆਗਿਆ ਮੰਨੀ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਦੀ ਆਗਿਆ ਮੰਨੀ, ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਗਿਆ ਦਾ ਪਾਲਣ ਕੀਤਾ। ਪ੍ਰਿਥੀ ਚੰਦ ਸੇਵਾ ਬੜੀ ਕਰਦਾ ਸੀ, ਪ੍ਰਬੰਧਕ ਸੀ ਬੜਾ ਤਗੜਾ, ਸਭ ਪ੍ਰਬੰਧ ਆਪ ਸੰਭਾਲਦਾ ਸੀ। ਪਰ ਸ਼੍ਰੀ ਅਰਜਨ ਦੇਵ ਮਹਾਰਾਜ ਜੀ ਸੇਵਾ ਚ ਨਹੀਂ ਰਹਿੰਦੇ, ਸਿਰਫ ਉਹਨਾਂ ਹੁਕਮ ਮੰਨਿਆ। ਤੇ ਗੁਰੂ ਗ੍ਰੰਥ ਸਾਹਿਬ ਦਾ ਵਚਨ ਆਗਿਆ ਸਾਮਨੇ ਸਾਹਿਬ ਸੇਵਾ, ਹੁਕਮ ਮੰਨਣ ਦੇ ਬਰਾਬਰ ਹੋਰ ਕੋਈ ਸਾਹਿਬ ਦੀ ਸੇਵਾ ਹੀ ਨਹੀਂ ਹੈ। ਇਸ ਕਰਕੇ ਭਗਤੀ ਦਾ ਸ਼੍ਰੋਮਣੀ ਅੰਗ ਹੈ ਵਾਹਿਗੁਰੂ ਦੀ ਰਜ਼ਾ ਚ ਪ੍ਰਸੰਨ ਚਿਤ ਰਹਿਣਾ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਸੰਤ ਸੁੰਦਰ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਜਦੋਂ ਉਹਨਾਂ ਸਰੀਰ ਤਿਆਗਣਾ ਸੀ, ਸਰੀਰਕ ਤੌਰ ਤੇ ਢਿੱਲੇ ਹੋਏ, ਉਹਨਾਂ ਨੂੰ ਪੁੱਛਿਆ ਵੀ ਕਿਵੇਂ ਹੈ? ਕਹਿਣ ਲੱਗੇ ਚੜ੍ਹਦੀ ਕਲਾ ਹੈ। ਕਹਿੰਦੇ ਸਰੀਰ ਤੇ ਰੋਗ ਬੜਾ ਭਾਰੀ ਹੈ। ਕਹਿਣ ਲੱਗੇ ਮੀਤ ਕਰੈ ਸੋਈ ਹਮ ਮਾਨਾ, ਮੀਤ ਕੀ ਕਰਤਵ ਕੁਸ਼ਲ ਸਮਾਨਾ। ਕਦੇ ਮਿੱਤਰ ਆਪਣੇ ਮਿੱਤਰ ਨੂੰ ਦੁੱਖ ਨਹੀਂ ਦਿੰਦਾ, ਉਸ ਨੂੰ ਅਸੀਂ ਮਿੱਤਰ ਬਣਾਇਆ ਵਾਹਿਗੁਰੂ ਨੂੰ। ਉਹ ਜੋ ਕੁਛ ਕਰ ਰਿਹਾ ਹੈ ਸਹੀ ਹੈ। ਕਹਿੰਦੇ ਪਰਚਾ ਪਿਆ ਹੋਇਆ, ਤੁਸੀਂ ਅਰਦਾਸ ਕਰੋ ਕਿ ਸੁੰਦਰ ਸਿੰਘ 100% ਨੰਬਰ ਲੈ ਕੇ ਪਾਸ ਹੋਣਾ ਚਾਹੁੰਦਾ, ਨੰਬਰ 1 ਵੀ ਨਹੀਂ ਕਰਨਾ ਚਾਹੀਦਾ, ਔਰ ਇਸ ਪ੍ਰਕਾਰ 100% ਨੰਬਰ ਲੈ ਕੇ ਪਾਸ ਹੋਵੇ। ਇਉਂ ਗੁਰੂ ਕੇ ਪਿਆਰਿਓ, ਇਉਂ ਰਜਾ ਵਿੱਚ ਪ੍ਰਸੰਨ ਚਿਤ ਰਹਿੰਦੇ ਰੱਬ ਦੇ ਪਿਆਰੇ। ਭਾਈ ਗੁਰਦਾਸ ਜੀ ਨੇ ਇੱਕ ਵਚਨ ਲਿਖਿਆ, ਭਾਈ ਸਾਹਿਬ ਲਿਖਦੇ ਨੇ ਭਈ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ। ਪਾਣੀ ਲੱਕੜ ਨੂੰ ਨਹੀਂ ਡੋਬਦਾ, ਕਿਉਂਕਿ ਪਾਲਣ ਦੀ ਲੱਜਾ ਵੀ ਲੋਕ ਕਹਿਣਗੇ ਆਪਣਾ ਪਾਲਿਆ ਪੁੱਤ ਆਪ ਹੀ ਡੋਬ ਕੇ ਮਾਰਤਾ, ਲੁਕਾ ਹੀ ਦਿੱਤਾ, ਪਾਣੀ ਨੇ ਆਪਣੇ 'ਚ ਡੋਬ ਲਿਆ। ਇਸ ਕਰਕੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ, ਸਿਰ ਕਰਵਤ ਧਰਾਏ ਕਹਿ ਸਿਰ ਚੜਿਆ ਭੱਜਾ। ਜਦੋਂ ਬਿਰਸ਼ ਦੇ ਸਿਰ ਤੇ ਆਰਾ ਰੱਖ ਕੇ ਉਹਨੂੰ ਚੀਰਿਆ ਜਾਂਦਾ, ਉਹਦੇ ਬਣਦੇ ਫੱਟ ਸ਼ਤੀਰ। ਪੁਰਾਣੇ ਸਮਿਆਂ ਦੇ ਵਿੱਚ ਦਰਿਆਵਾਂ ਨਦੀਆਂ ਰਾਹੀਂ ਜਿਹੜੇ ਉਹ ਸ਼ਤੀਰ ਸੀ ਰੋੜ ਕੇ ਲਿਆਂਦੇ ਜਾਂਦੇ ਸੀ ਅਗਾਂਹ ਮਹਿੰਗੀ ਲੱਕੜ ਵੇਚਣ ਵਾਸਤੇ, ਤੇ ਰੱਸੇ ਬੰਨ੍ਹ ਕੇ ਉਹਨਾਂ ਨੂੰ ਕਿਹਾ ਜਾਂਦਾ ਤੱਲਾ ਬੰਨਿਆ ਹੋਇਆ, ਤੱਲਾ ਸ਼ਤੀਰ ਆਪਸ ਵਿੱਚ ਬੰਨ੍ਹ ਲੈਣਾ, ਉੱਪਰ ਹੀ ਬਹਿ ਜਾਣਾ ਵਪਾਰੀਆਂ ਨੇ ਜਿਹਨਾਂ ਵੇਚਣੇ ਹੁੰਦੇ ਸੀ। ਇਸ ਤਰ੍ਹਾਂ ਕਹਿੰਦੇ ਉਹ ਪਾਣੀ ਦੇ ਸਿਰ ਤੇ ਚੜਿਆ ਹੋਇਆ ਲੱਕੜ ਜਿਹੜੀ ਹੈ ਨਾ, ਉਹ ਭੱਜਦੀ ਹੈ, ਦੌੜਦੀ ਹੈ, ਕਾਠ ਦੌੜਦਾ ਔਰ ਫਿਰ ਵੀ ਨਹੀਂ ਡੋਬਦਾ ਉਸਨੂੰ। ਔਰ ਲੋਹੇ ਜੜੀ ਹੈ ਬੋਹੇ ਥਾ ਭਾਰ ਭਰਿਆ ਨਾ ਤਜਾ, ਫਿਰ ਉਸ ਲੱਕੜ ਦੇ ਨਾਲ ਲੋਹਾ ਜੜ ਕੇ ਉਹਦਾ ਜਹਾਜ਼ ਬਣਾਇਆ ਜਾਂਦਾ, ਬੇੜਾ ਬਣਾਇਆ ਜਾਂਦਾ। ਲੱਕੜ ਦੀ ਬਦੌਲਤ ਪਾਣੀ ਲੋਹੇ ਨੂੰ ਵੀ ਡੋਬਦਾ। ਇਹਨੇ ਹੁਣ ਸੰਗ ਕਰ ਲਿਆ ਮੇਰੇ ਪੁੱਤ ਦਾ, ਇਸ ਕਰਕੇ ਡੋਬਣਾ। ਫਿਰ ਕਿਸੇ ਨੇ ਸਵਾਲ ਕੀਤਾ, ਭਾਈ ਗੁਰਦਾਸ ਜੀ ਚੰਦਨ ਨੂੰ ਕਿਉਂ ਡੋਬਦਾ ਪਾਣੀ? ਚੰਦਨ ਵੀ ਤਾਂ ਲੱਕੜ ਹੀ ਆ। ਭਾਈ ਸਾਹਿਬ ਕਹਿੰਦੇ ਇਹਦੇ ਵਿੱਚ ਵੀ ਬੜਾ ਵੱਡਾ ਰਾਜ ਛੁਪਿਆ ਹੋਇਆ। ਕਹਿੰਦੇ ਕੀ? ਕਹਿੰਦੇ ਅਗਰਾ ਡੋਬਾ ਜਾਣ ਕੇ ਨਿਰਮੋਲਕ ਧੱਜਾ। ਚੰਦਨ ਨੂੰ ਪਾਣੀ ਜਾਣ ਬੁੱਝ ਕੇ ਡੋਬਦਾ, ਧੱਜਾ ਮੈਨੇ ਪ੍ਰਗਟ ਕਰਨਾ, ਉਹਦੀ ਨਿਰਮੋਲਕਤਾਈ ਨੂੰ ਪ੍ਰਗਟ ਕਰਦਾ। ਕਿਉਂਕਿ ਜਿਹੜਾ ਚੰਦਨ ਡੁੱਬ ਜਾਏ ਉਹ ਨਕਲੀ, ਜਿਹੜਾ ਚੰਦਨ ਨਾ ਡੁੱਬੇ ਉਹ ਨਕਲੀ, ਜਿਹੜਾ ਡੁੱਬ ਜਾਏ ਉਹ ਅਸਲੀ। ਜਿਹੜਾ ਚੰਦਨ ਡੁੱਬ ਜਾਏ ਨਾ ਉਹਨੂੰ ਅਸਲੀ ਮੰਨਿਆ ਜਾਂਦਾ ਵੀ ਅਸਲੀ ਖਰਾ ਚੰਦਨ ਬਾਵਨ ਚੰਦਨ ਹੈ। ਤੇ ਫਿਰ ਉਹ ਤੋਲਿਆਂ ਦੇ ਭਾਅ ਵਿਕਦਾ, ਤੋਲਿਆਂ 'ਚ ਉਹਦੀ ਕੀਮਤ ਪੈਂਦੀ, ਬਹੁਤ ਮਹਿੰਗਾ ਵਿਕਦਾ। ਇਸੇ ਪ੍ਰਕਾਰ ਆਮ ਛੋਟੀ ਅਵਸਥਾ ਵਾਲਾ ਬੰਦਾ ਜੋ ਰੱਬ ਦਾ ਨਾਮ ਜਪ ਰਿਹਾ, ਉਹ ਦੁੱਖ ਨਹੀਂ ਸੁੱਖ ਮੰਗਦਾ। ਉਹ ਕਹਿੰਦਾ ਦੁੱਖ ਨਾ ਮੈਨੂੰ ਮਿਲਣ, ਤੇ ਹੋ ਸਕਦਾ ਉਹਦੇ ਦੁੱਖ ਸਤਿਗੁਰੂ ਜੀ ਅਕਾਲ ਪੁਰਖ ਜੀ ਦੂਰ ਵੀ ਕਰਦੇ ਹੁਣ ਕਈਆਂ ਦੇ। ਪਰ ਜਿਹੜੇ ਮਹਾਤਮਾ ਹਨ, ਗੁਰਮੁਖ ਭਾਈ ਤਾਰੂ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ, ਭਾਈ ਮਤੀ ਦਾਸ ਵਰਗੇ, ਰੱਬ ਦੇ ਸੰਤ ਦੀ ਇਹ ਨਿਸ਼ਾਨੀ ਨਹੀਂ ਕਿ ਉਸ ਨੂੰ ਦੁੱਖ ਨਹੀਂ ਰੱਬ ਦਿੰਦਾ, ਨਹੀਂ, ਉਹਦੀ ਨਿਸ਼ਾਨੀ ਇਹ ਹੈ ਕਿ ਦੁੱਖ ਪਹਾੜਾਂ ਜਿਹੜੇ ਆਉਣ ਪਰ ਉਹਦੇ ਤੇ ਦੁੱਖ ਦਾ ਪ੍ਰਭਾਵ ਨਾ ਪਏ। ਇਹ ਛੋਟੀ ਜਿਹੀ ਕਰਾਮਾਤ ਨਹੀਂ। ਮਨੁੱਖ ਦੇ ਸਰੀਰ ਨੂੰ ਚੀਚੀ ਨੂੰ ਚੀਰਾ ਲੱਗ ਜੇ ਬਲੇਡ ਦਾ ਤੇ ਸੀ ਕਰਦਾ, ਹਾਏ ਹਾਏ ਕਰਦਾ। ਵੇਖਣਾ ਇਹ ਹੈ ਕਿ ਜਿਨ੍ਹਾਂ ਰੱਬ ਦੇ ਪਿਆਰਿਆਂ ਦੇ ਉੱਪਰ ਕਸ਼ਟ ਆਏ ਉਹਨਾਂ ਦੀ ਅਵਸਥਾ ਕਿਹੋ ਜਿਹੀ ਰਹੀ। ਉਹਨਾਂ ਦੇ ਮੱਥੇ ਤੇ ਤਿਉੜੀਆਂ ਪਈਆਂ,
ਉਹਨਾਂ ਮੁਖ ਤੋਂ ਹਾਏ ਹਾਲ ਪਾ ਰਿਹਾ, ਲੋਕੋ ਮੈਂ ਮਰ ਚੱਲਿਆ ਮੈਨੂੰ ਬਚਾਓ। ਔਰ ਇਹੋ ਜਿਹੇ ਕੋਈ ਤਾਨੇ ਮਿਹਣੇ ਰੱਬ ਨੂੰ ਦਿੱਤੇ ਵੀ ਕਿਉਂ ਸਾਨੂੰ ਦੁੱਖ ਦੇ ਰਿਹਾ? ਨਹੀਂ, ਇਸੇ ਕਰਕੇ ਗੁਰਸਿੱਖਾਂ ਦੀ ਸਿੱਖੀ ਮਹਾਨ ਹੈ ਵੀ ਰੱਬ ਦੇ ਪਿਆਰਿਆਂ ਨੇ ਵਾਹਿਗੁਰੂ ਦੀ ਰਜ਼ਾ ਨੂੰ, ਭਾਣੇ ਨੂੰ ਮਿੱਠਾ ਕਰ ਕਰਕੇ ਮੰਨਿਆ। ਬੱਚਿਆਂ ਦੇ ਟੋਟੇ ਵੀ ਕਰਵਾਲੇ ਮਾਈਆਂ ਬੀਬੀਆਂ ਨੇ, ਰਜ਼ਾ ਵਿੱਚ ਪ੍ਰਸੰਨ ਚਿਤ ਰਹੀਆਂ। ਗਲਾਂ 'ਚ ਹਾਰ ਪਵਾਲੇ, ਪਤੀ ਵਰਤਾ ਧਰਮ ਨਾ ਛੱਡਿਆ, ਵਾਹਿਗੁਰੂ ਦੀ ਰਜ਼ਾ ਵਿੱਚ ਕੋਈ ਦਖਲਅੰਦਾਜ਼ੀ ਨਾ ਕੀਤੀ। ਔਰ ਇਸ ਪ੍ਰਕਾਰ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ। ਇਹ ਬ੍ਰਹਮ ਗਿਆਨੀ ਦੀ ਅਵਸਥਾ ਦੱਸ ਰਹੇ, ਲੱਛਣ ਦੱਸ ਰਹੇ ਨੇ। ਜਿਹੜਾ ਮਨੁੱਖ ਦੁੱਖ ਵਿੱਚ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ, ਉਹ ਸੰਤ ਹੈ। ਦੁੱਖ ਤੇ ਹੁਣ ਪਹਾੜਾਂ ਜਿਹੜੇ ਸਰੀਰ ਚੀਰਿਆ ਵੱਢਿਆ ਜਾਵੇ, ਪਰ ਉਹਦੀ ਅੰਦਰੋਂ ਅਵਸਥਾ ਇਹੋ ਜੀ, ਜਿਸ ਸੁਰਤੀ ਨੇ ਦੁੱਖ ਨੂੰ ਮਹਿਸੂਸ ਕਰਨਾ, ਉਸ ਸੁਰਤੀ ਵਾਹਿਗੁਰੂ ਦੇ ਨਾਮ ਵਿੱਚ ਜੁੜੀ ਹੋਈ ਹੈ। ਉੱਥੇ ਕੋਈ ਪ੍ਰਭਾਵ ਨਹੀਂ। ਜਿਵੇਂ ਸਰਮਦ ਸੀ ਜਿਹੜਾ ਰੂਮ ਵਲਾਇਤ ਦੇ ਬਾਦਸ਼ਾਹ ਦਾ ਇੱਕ ਵਜ਼ੀਰ ਹਿੰਦੁਸਤਾਨ 'ਚ ਆਇਆ ਸੀ, ਸਬਰ ਤੇ ਸ਼ੁਕਰ ਦੇ ਮਾਇਨੇ ਲੱਭਦਾ ਫਿਰਦਾ ਸੀ। ਤੇ ਵਿਦਵਾਨਾਂ ਬੜਿਆਂ ਨੂੰ ਮਿਲਿਆ, ਫਕੀਰਾਂ ਨੂੰ ਮਿਲਿਆ। ਆਖਰ ਸਿਆਣੇ ਨੇ ਕਿਹਾ ਵੀ ਇੱਕ ਸੰਤ ਹੈ ਜਿਹੜਾ ਤੇਰੇ ਮਾਇਨੇ ਦੱਸ ਸਕਦਾ, ਪ੍ਰਸ਼ਨ ਦਾ ਜਵਾਬ ਦੇ ਸਕਦਾ, ਉਹ ਹੈ ਸਰਮਦ। ਉਹਨੂੰ ਔਰੰਗਜ਼ੇਬ ਨੇ ਜੇਲ੍ਹ 'ਚ ਪਾਇਆ ਹੋਇਆ, ਕੈਦ ਵਿੱਚ ਹੈ, ਉਹ ਤੇਰੀ ਤਸੱਲੀ ਕਰਾ ਸਕਦਾ। ਕਹਿਣ ਲੱਗਾ ਠੀਕ। ਔਰੰਗਜ਼ੇਬ ਤੋਂ ਇਜਾਜ਼ਤ ਲੈ ਕੇ ਜੇਲ੍ਹ ਵਿੱਚ ਜਾ ਵੜਿਆ ਰੂਮ ਵਲਾਇਤ ਦੇ ਬਾਦਸ਼ਾਹ ਦਾ ਵਜ਼ੀਰ। ਔਰ ਜਿਸ ਵੇਲੇ ਪਹੁੰਚਾ ਤੇ ਸਰਮਦ ਨੂੰ ਪੁੱਛਿਆ, ਸਰਮਦ ਕਹਿਣ ਲੱਗਾ, ਸੱਜਣਾ ਜੇ ਤਸੱਲੀ ਕਰਾਉਣੀ ਹੈ ਤਾਂ ਇੱਕ ਰਾਤ ਮੇਰੇ ਕੋਲ ਰਹਿਣਾ ਪੈਣਾ। ਔਰ ਉਹਨੇ ਇਜਾਜ਼ਤ ਲੈ ਲਈ, ਮੰਜਾ ਬਿਸਤਰਾ ਮਿਲ ਗਿਆ, ਪ੍ਰਸ਼ਾਦਾ ਵੀ ਵਧੀਆ ਛਕਣ ਨੂੰ ਮਿਲ ਗਿਆ, ਵਨਸਵੰਨੇ ਪਕਵਾਨ। ਤੇ ਸਰਮਦ ਨੂੰ ਉਹਦੇ ਸਾਹਮਣੇ ਮਿਲਿਆ ਲੂਣ ਵਾਲੇ ਪਾਣੀ ਦਾ ਇੱਕ ਪਿਆਲਾ। ਉਹਨੇ ਉਹ ਛਕ ਲਿਆ ਤੇ ਵਾਹਿਗੁਰੂ ਦਾ ਧੰਨਵਾਦ ਕੀਤਾ। ਸਾਰੀ ਰਾਤ ਚੌਂਕੜਾ ਲਾ ਕੇ ਸਮਾਧੀ ਸਥਿਤ ਰਿਹਾ, ਬੰਦਗੀ ਕਰਦਾ ਰਿਹਾ। ਇਹ ਜਿਹੜਾ ਸੌਂ ਗਿਆ ਸੀ ਵਜ਼ੀਰ, ਇਹਨੂੰ ਰਾਤ ਨੂੰ ਸੁਪਨਾ ਡਿੱਠਾ, ਉਹਦੇ ਵਿੱਚ ਬੜੀਆਂ ਸ਼ਕਤੀਆਂ, ਸਾਧੂ ਮਹਾਤਮਾ, ਅਵਤਾਰ, ਪੈਗੰਬਰ ਸ਼ਸਤਰ ਪਕੜੇ ਹੋਏ ਨੇ। ਤੇ ਸਰਮਦ ਨੂੰ ਕਹਿ ਰਹੇ ਕਿ ਤੂੰ ਇਜਾਜ਼ਤ ਕਿਉਂ ਨਹੀਂ ਦਿੰਦਾ ਸਾਨੂੰ, ਜਰਾ ਆਗਿਆ ਤਾਂ ਦੇ, ਜਰਾ ਕਿ ਤੇਰੇ ਵੱਲੋਂ ਇਸ਼ਾਰਾ ਹੋਣਾ ਚਾਹੀਦਾ ਹੈ। ਬਾਦਸ਼ਾਹ ਔਰੰਗਜ਼ੇਬ ਕੀ ਸਾਡੇ ਸਾਹਮਣੇ, ਅਸੀਂ ਤਾਂ ਦਿੱਲੀ ਲਾਹੌਰ ਦੀ ਢਿੱਡ ਖੜਕਾ ਦਈਏ, ਤਖਤੇ ਮੁੱਦੇ ਕਰ ਦਈਏ ਹੁਣੇ, ਤੂੰ ਜਰਾ ਇਜਾਜ਼ਤ ਤਾਂ ਦੇ। ਪਰ ਸਰਮਦ ਕਹਿ ਰਿਹਾ ਇਹ ਮੇਰੇ ਵਿੱਚ, ਖੁਦਾ ਵਿੱਚ ਤੇ ਔਰੰਗਜ਼ੇਬ ਬਾਦਸ਼ਾਹ ਤਿੰਨਾਂ ਦੇ ਵਿੱਚ ਝਗੜਾ ਹੈ, ਇਹਦੇ ਵਿੱਚ ਤੁਸੀਂ ਦਖਲਅੰਦਾਜ਼ੀ ਨਹੀਂ ਕਰਨੀ। ਖੁਦਾ ਦੀ ਰਜ਼ਾ ਹੈ, ਔਰੰਗਜ਼ੇਬ ਮੈਨੂੰ ਝਗਾਉਣਾ ਚਾਹੁੰਦਾ, ਮੈਂ ਖੁਦਾ ਦਾ ਬੰਦਾ ਹਾਂ, ਸਿਮਰਨ ਕਰ ਰਿਹਾ ਹਾਂ, ਉਹਦੇ ਭਾਣੇ 'ਚ ਪ੍ਰਸੰਨ ਹਾਂ, ਇਹਦੇ ਵਿੱਚ ਝੁਕਣਾ ਨਹੀਂ। ਰੱਬ ਨੂੰ ਵੀ ਤਾਨਾ ਮਿਹਣਾ ਕੋਈ ਨਹੀਂ ਦੇਣਾ, ਨਾ ਉਹਦੇ ਅੱਗੇ ਬੇਨਤੀ ਕਰਨੀ ਵੀ ਮੇਰਾ ਦੁੱਖ ਦੂਰ ਕਰ। ਮੈਂ ਇਸੇ ਤਰ੍ਹਾਂ ਇਸੇ ਹਾਲ ਖੁਸ਼ ਪ੍ਰਸੰਨ ਹਾਂ। ਔਰ ਦਿਨ ਚੜ੍ਹਿਆ ਤੇ ਉਹਦੀ ਜਾਗ ਖੁੱਲੀ ਤਾਂ ਸਰਮਦ ਜੀ ਦੇ ਸਾਹਮਣੇ ਤੋਂ ਆਇਆ ਤਾਂ ਸਰਮਦ ਜੀ ਕਹਿਣ ਲੱਗੇ, ਸੱਜਣਾ ਤੇਰੇ ਪ੍ਰਸ਼ਨ ਦਾ ਜਵਾਬ ਮਿਲ ਚੁੱਕਾ ਕਿ ਨਹੀਂ? ਕਹਿਣ ਲੱਗਾ ਮਿਲ ਗਿਆ। ਢਹਿ ਕੇ ਚਰਨੀ ਡਿੱਗ ਪਿਆ। ਕਹਿਣ ਲੱਗਾ ਇੰਨੀ ਸ਼ਕਤੀ ਹੁੰਦਿਆਂ ਹੋਇਆ, ਏਡੀ ਚਰਨ ਸ਼ਕਤੀ, ਸਬਰ ਇਹ ਸੁਆਓ ਜੇ ਤੂੰ ਬੰਦਾ ਦ੍ਰਿੜ ਕਰ ਹੈ, ਵੱਧ ਥੀਵੈ ਦਰਿਆਓ ਟੁੱਟ ਨ ਥੀਵੈ ਵਾਹ। ਸਬਰ ਅੰਦਰ ਸਾਬਰੀ ਤਨ ਏਵੈ ਜਲੇਨ, ਹੋਣ ਨਜੀਕ ਖੁਦਾਏ ਦਾ ਭੇਦ ਨਾ ਕਿਸੇ ਦੇ। ਤਾਣ ਹੁੰਦਾ ਹੋਏ ਨਤਾਣਾ, ਇੱਕ ਤਰ੍ਹਾਂ ਦੇ ਆਪਣੇ ਕੋਲ ਤਾਕਤ ਹੀ ਕੋਈ ਨਹੀਂ, ਬੰਦੇ ਨੂੰ ਫੜਿਆ ਤੇ ਮਾਰ ਦਿੱਤਾ ਅਗਲਾ ਨੇ। ਅੱਲਾ ਯਾਰ ਖਾਨ ਜੋਗੀ ਹੈ ਜਿਹੜਾ ਪਾਕਿਸਤਾਨ 'ਚ ਪੈਦਾ ਹੋਇਆ ਸੀ, 1913 ਤੇ 1915 'ਚ ਉਹਨੇ 2 ਨਜ਼ਮਾਂ ਲਿਖੀਆਂ ਸੀ, ਚਮਕੌਰ ਦੀ ਜੰਗ ਬਾਰੇ ਤੇ ਸਰਹੰਦ ਦੀ ਸ਼ਹਾਦਤ ਬਾਰੇ। ਉਹਨੂੰ ਕਿਹਾ ਮੁਸਲਮਾਨਾਂ ਨੇ ਕਿ ਤੈਨੂੰ ਮੁਹੰਮਦ ਸਾਹਿਬ ਦੇ ਦੋਹਤਰੇ ਹਸਨ ਤੇ ਹੁਸੈਨ ਨਾ ਲੱਭੇ, ਜੇ ਕੁਝ ਲਿਖਣਾ ਸੀ ਉਹਨਾਂ ਬਾਰੇ ਲਿਖ ਦੋ, ਤੂੰ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਇੰਨੀ ਵਡਿਆਈ ਕਿਉਂ ਲਿਖੀ? ਉਹ ਕਹਿਣ ਲੱਗਾ ਠੀਕ, ਹਸਨ ਤੇ ਹੁਸੈਨ ਵੀ ਸਾਡੇ ਪੈਗੰਬਰ ਮੁਹੰਮਦ ਸਾਹਿਬ ਦੇ ਦੋਹਤਰੇ ਨੇ, ਪਰ ਉਹਨਾਂ ਦੀ ਸ਼ਹਾਦਤ ਇੰਨੇ ਮਾਇਨੇ ਨਹੀਂ ਰੱਖਦੀ ਜਿੰਨੇ ਮਾਇਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਰੱਖਦੀ। ਤੇ ਦੱਸਿਆ ਉਹਨੇ ਕਿਵੇਂ। ਕਹਿਣ ਲੱਗਾ ਹਸਨ ਤੇ ਹੁਸੈਨ ਨੂੰ ਪਕੜਿਆ ਤੇ ਕਰਬਲਾ ਦੇ ਮੈਦਾਨ 'ਚ ਖੋ ਕੇ ਮਾਰ ਦਿੱਤਾ। ਇੱਕ ਉਹਨਾਂ ਦੀ ਉਮਰ ਵੀ ਬੜੀ ਵੱਡੀ ਸੀ ਔਰ ਸਾਹਿਬਜ਼ਾਦੇ ਸੀ ਬਿਲਕੁਲ ਛੋਟੀ ਉਮਰ ਦੇ। ਹਸਨ ਤੇ ਹੁਸੈਨ ਨੂੰ ਕੋਈ ਰਾਹ ਨਹੀਂ ਸੀ ਦੱਸਿਆ ਉਹਨਾਂ ਨੇ ਕਿ ਇਸ ਪਾਸੇ ਹੋ ਜਾਓ ਤੇ ਤੁਸੀਂ ਬਚ ਜਾਓਗੇ, ਨਹੀਂ, ਫੜੇ ਤੇ ਮਾਰ ਦਿੱਤੇ। ਪਰ ਸਾਹਿਬਜ਼ਾਦਿਆਂ ਵਾਸਤੇ ਬੜੇ ਰਾਹ ਦੱਸੇ ਗਏ ਸੀ। ਮੁਸਲਮਾਨ ਬਣ ਜਾਓ, ਕਹਿ ਦਿਓ ਅਸੀਂ ਇਸਲਾਮ 'ਚ ਦਾਖਲ ਹੋ ਗਏ ਔਰ ਤੁਹਾਨੂੰ ਬਹਿਸ਼ਤ ਵਿੱਚ ਵੀ ਹੂਰਾਂ ਮਿਲਣਗੀਆਂ, ਇੱਥੇ ਮਾਤ ਲੋਕ ਤੇ ਤੁਹਾਨੂੰ ਅਹੁਦੇਦਾਰੀ ਦਿੱਤੀ ਜਾਵੇਗੀ, ਬੜੇ ਅਮੀਰ ਘਰਾਂ ਦੇ ਵਿੱਚ ਤੁਹਾਡੇ ਵਿਆਹ ਕੀਤੇ ਜਾਣਗੇ, ਲੰਬੀ ਉਮਰ ਭੋਗੋਗੇ।
बड़े सोग होणगे, बड़े तुहाडे अहल करके पिछे फिरनगे, बड़े लालच दिते गए। पर छोटी जी अवस्था 7 ते 9 साल की बचपन की अवस्था दे विच उन्हां सारे लालच पैर की जुत्ती की नोक ते ठुकरा और शहादत का राह चुनिया। इस करके आप शहादत का राह चुनिया, मरण वास्ते आप तैयार होए। उन्हां दी शहादत वर्गी शहादत दुनिया ते है। इस करके मैं उन्हां दा किस्सा लिखा और कह लगे तेनों सलाम चो छेड़ देण। कह लगा कोई परवाह नहीं, मुहम्मद साहब के दर का दरवाजा बंद कर लोगे, गुरु नानक साहब गुरु गोबिंद सिंह के घर के 4 दरवाजे सब खुले हुए हैं, जिधर की मर्जी मैं सचखंड बढ़ जाना, मैं सच बोलिया, मैं झूठ नहीं बोलिया। और उन्होंने लिखा हिंद में बस एक ही तीर्थ है यात्रा के लिए, कटाए बाप ने बेटे यहाँ खुदा के लिए। जिथे गुरु गोबिंद सिंह ने अपनी अखी अपने पुत्र हथी तोरे, अखां के सामने शहीद होंदे देखे। यहूदियां ईसाइयां ते मुसलमानों का साझा पैगंबर इब्राहिम होया। इब्राहिम ने खुदा नूं कहा कि हे खुदा मैं कुछ तुहानूं अर्पण करना चाहुंदा, भेटा करनी चाहुंदा। खुदा ने कहा छड्ड इस ख्याल नूं। कहण लगा नहीं जी फिर भी दसो की भेटा करा। इनू हंकार फुराया सी ना, तो खुदा ने कहा तू मैनू की दे सकदा। कहण लगा नहीं जी दसो तो सही। कहण लगे फिर तैनू सब तो वध प्यारी चीज़ किहड़ी दुनिया च? कहण लगा मेरा पुत। कहण लगे अपनी हथी उहदा सिर ला, ये मेरी भेटा है। परचा पै गया, कह बैठा सी। फिर इन्हें अपने अहलकारां नूं कहा कि अखां दे सामने अपनी हथी अपने पुत का सिर नहीं वढ़िया जाना। हुण मैं वचन तो पूरा करांगा पर मेरी अखां ते पट्टी बंद। अखां ते पट्टी बना के फिर ये जिस वेले वढ़न लगा अपने पुत का सिर, तेरे अहलकारां ने, अनुयायियां ने, सेवकां ने पुत परे करके भेड़ का बेला अगे करता, उहदा सिर वढ़िया जिहड़ी ईद मनाउंदे ने। इस प्रकार पर सतगुरु महाराज ने अपने पुत सामने नजरां दे तोरे शहीद हुंदे देखे। इस प्रकार एक विद्वान ने वचन लिखा, मृत्यु जदों अभिमन्यु दी सुनी अर्जन, ढिली हाथ चों तीर कमान हो गई, मोर तुझदे अथरू गिले झोली, बोटी जिगर दी जदों वीरान हो गई, तान सैन सुनिया जदों पुत मोया, रग बोलणों बंद जबान हो गई, पुत्र विछड़िया सी राणी अक्षरां दा, रो रो के अन्नी निदान हो गई, मैं बलिहार जावां कलगी धर सतगुर, तू तां रजा अकाल दी मन लई सी, लोकी कहण ना पुत मरवाउण वेले पट्टी अखां ते गुरां ने बन लई सी। कोई सानू ताना नहीं दे सकता भी तुहाडे गुरु ने अखां ते पट्टी बधी सी। नहीं अपने हथी पुत तोरे, वाहिगुरू रजा च प्रसन्न है। जिस वक्त भाई परम सिंह धर्म सिंह धन गुरु गोबिंद सिंह साहब के कोल आए तो अफसोस करन लगे साहिबजादियां दा। हजूर कहण लगे धर्म सिंघा इत्थे लकीरां खिच, उंगल दे नाल धरती पर मिट्टी ते लकीरां वाह। लकीरां खिची गया तो हजूर कहण लगे कोई खुशी हुई लकीरां खिच के? कहण लगा नहीं मारे लकीरां दी काहदी खुशी। हजूर कहते फिर मेस दे लकीरां मेट दे, जो मेटतियां मारे कहते कोई गमी हुई? कहण लगा जी नहीं मारे कहते साड़ी इहो जी अवस्था है ना साहिबजादियां दे आउण करके असीं लोकां वांग उछाले जाए सी ते ना साहिबजादियां दी शहादत तो साडे ते इहो जिहा गमी वाला प्रभाव पिया। जिहड़ा असीं वचन लिखिया ना, मैं हूं परम पुरख को दासा, देखण आयो जगत तमाशा, ये साडे वास्ते इसे तरह जगत तमाशा एवं नहीं असीं लिखिया धर्म सिंघा। और औरंगजेब का चाचा लिखदा कि जदों गुरु गोबिंद सिंह जी मालवे की धरती ते पहुंच गए सी ना दीने कांगड़, ते मैं टोआ लाउंदा फिरदा सी कि गुरु गोबिंद सिंह नूं वेखना चाहुंदा। हुण ते गुरु गोबिंद सिंह रोंदा होवेगा, हुण ते उहदा रिहा ही कुछ नहीं। आनंदपुर साहब इन्ने सुख सन, घुगवास का नगर उजड़ गया, कित्थे मखमली शेजा मखमली फर्श विछदा सी उहदी आमद ते, सोने के सिंघासन ते बैठदा सी। कित्थे रस्ते मैं सुनिया दा जोड़ा भी टुट गया, कपड़े पाट गए सी, चारे पुत सी वो भी शहीद हो गए, मां भी शहादत प्राप्त कर गई, अकला रह गया, नाल दे साथी भी शहीदियां प्राप्त कर गए, 3 बंदे किते बच के निकले उहदे नाल। हुण ते गुरु गोबिंद सिंह रोंदा होवेगा, पर जिस वेले मैं दीने पिंड भेस बदला के गया ते गुरु गोबिंद सिंह का दर्शन किया तो मैं आशा कर उठिया। उसे तरह उसे जाओ जलाल विच वाहिगुरू की कथा सुना रहे थे, मैं हैरान रह गया। तो मैं फिर उन्हें गल लिखी कि जे कोई पीरो मुर्शद होवे तो इहो जिहा, जो कोई पैगंबर होवे तो इहो जिहा, कोई गुरु सदवाउण वाला होवे तो इहो जिहा। बोले सो निहाल।
करके साडे सतगुरां ने महान पूर्ण हजूर कहते हुक्म रजाई चलना नानक लिखिया नाल। माता अजीत कौर जी ने पूछा सी कलगीधर नूं कि साहिबजादे जवान हो रहे हैं, मंगण विआउण का ख्याल करो। तो हजूर ने कहा सी वड्डियां दी मंगणी हो चुकी है, अजे विआह ही करने वाले बाकी ने। कहते कित्थे? हजूर कह लगे शहादतां दे घर। और फिर माता जी ने विखाता सारा कुछ। और उस वक्त उन्होंने जो डिठा सारा कुछ समाधि तो हजूर ने कहा भी इस तरह होगा। कह लगे बिल्कुल रजा विच प्रसन्न रहना। तो फिर कहते असीं सारे खेद चल नहीं सकांगे, अखां दे सामने नहीं चले जाणगे। तो हजूर कहते तुसीं फिर चले जाओ वाहिगुरू दे देश, असीं सारा कुछ झल के फिर आवांगे। और इस प्रकार गुरु के प्यारे हो माता जी शरीर छड्ड गए सी आने वाले समय में दख के। पर धन गुरु गोबिंद सिंह साहब उससे जाहो जलाल में रहे अझणी देखती। भाई वीर सिंह ने लिखा गुरु गोबिंद सिंह बारे लेख अझणी देखती, जेड़ा झमिया जो मर्जी हुंदा गया उस तरह चढ़ती कला सतगुरु सच्चे पातशाह रहे। इस करके ऐसा महान पूर्ण पाया सिखा वास्ते कि रजा विच भाणे च प्रसन्न रह के चलना। हुक्म अकाल पुरख दा नाल ही सारिਆਂ ਦੇ लिखिया होया, ਉਹਦੇ हुक्म विच राजी रहना ते ਉਹਦਾ सिमरन करना। हुक्म होवन आकार हुक्म ना कहया जाई। हुक्म द्वारा ही सारे आकार शरीर बने। शरीर बाकी आकार जिन्ना माया दा है ये वाहिगुरू हुक्मी दे हुक्म द्वारा ही सारा कुछ बनया। हुण सवाल उठदा भी वाहिगुरू दा हुक्म किवें जिवें कई कह दिंदे ने। देखो जी जदों बुरा भी हुक्म च ते भला भी हुक्म च, फिर बुरियां नूं सजा क्यों दित्ती जांदी? बुरियां नूं माड़े क्यों कहा जांदा? तो सारा कुछ रजा विच ही है। नहीं गुरु के प्यारे हो देखो सतगुरु दस रहे हैं कि जिवें परमात्मा का कथन नहीं ना हो सकता उस तरह वो हुक्म की भी व्याख्या नहीं हो सकती। परमात्मा का हुक्म एडा वड्डा, जिन्ना वड्डा परमात्मा ओडा वड्डा ही वह हुक्म है। वो हुक्म की व्याख्या नहीं हो सकती हुक्म की। जे कर्म हुक्म के अंदर हो रहा जीव के कोलों तो सजा भी हुक्म अंदर ही मिलनी। जे इंदिरा गांधी ने दरबार साहब हमला किया जे को कहे भी हुक्म के अंदर ही सी ते उसकी सजा भी उसको हुक्म अंदर शरीरक तौर पर मिली तो अगे परलोक च भी सजा भी हुक्म के अंदर आ। रब ने अंदर ज्ञान की रोशनी दी हुई हर जीव के अंदर आ बुरा काम है आ भला काम है। बेशक ग्रंथ ना पढ़े भी आत्मा के अंदर सारा ज्ञान भरया है कि आ बुरा रस्ता है आ चंगा रस्ता है। ये पूर्वले कर्मां का प्रेरिया संस्कारां का मैल का प्रेरिया या माया तो ब्रह्म दोवां दे मिलाप नाल सृष्टि बनी है ना। माया का प्रभाव ज्यादा पैण करके जिहड़ा मन माया वाला उस मन का प्रेरिया होया जिहड़ी आत्मा की आवाज़ है सुनदा ये सारी होके नहीं चलता, धर्म के राह नहीं चलता, रब नूं दूर समझ लेंदा, फिर माड़े कर्म कमाउंदा तिवें तिवें मैल होर वधदी जांदी। जे कर्म माड़ा हुक्म के अंदर है तो फिर उसका फल भी हुक्म के अंदर ही मिल रहा। इस करके परमात्मा के हुक्म की व्याख्या नहीं मुकम्मल तौर पर हो सकती। जदों कुछ भी नहीं सी रचिया उदों कर्म कोई नहीं सी। उदों क्यों सृष्टि बनी? शरीर पहले क्यों मिले? सानू सब तो पहले जो शरीर मिलया हजूर कहते जब कश न सीओ तब क्या करता कवन कर्म कर आया अपना खेल आप कर देखा ठाकुर रचन रचाया। उत्थे जाके गल निबड़ती है कि हुक्म सी, परमात्मा का हुक्म सी, उसके हुक्म अनुसार सृष्टि साज दी। अगाह भी हुण हुक्म के अंदर ही तुर रही है पर हुक्म कहा नहीं जा सकता। हुक्म पूर्ण तौर पर मुकम्मल तौर पर कथन नहीं हो सकता क्योंकि एडा बड़ा हुक्म है परमात्मा का। हुक्म होवन आकार हुक्म ना कहया जाई। सारे आकार हुक्म के अंदर ही बन रहे हैं पर हुक्म कथन नहीं हो सकता जी। हुक्म होवन जिया हुक्म मिलै वडियाई। हुक्म दे विच ही सारे जीवां दा जन्म हो रहा है ते हुक्म दे अनुसार ही इन्हां जीवां नूं वडियाई मिल रही है। पूर्वले निष्काम कर्मां दा प्रेरिया होया वाहिगुरू जी बख्शिश करदा उहदा न्याय सच्चा। जिस तरह के कर्म इस चीज ने कमाए शरीर धार धार के उस तरह उन्नी वडियाई मिलती। लिख दात जोत वडियाई। हुक्म उत्तम नीच हुक्म लिख दुख सुख पाई है। परमात्मा के हुक्म अंदर ही एक निष्काम कर्मां उत्तम कर्मां नूं करके उत्तम बन जाते हैं, एक नीच कर्मां दे धार्मी बन के नीच अखवाउंदे हन। जिवें सतगुरु महाराज सच्चे पातशाह ने कहा है जो अंतर बह गए कर्म कमावे सोचों कुंडी जानिया। जो धर्म कमावे तिस धर्म ना होवे पाप कमाने पापी जानिया।
ਜਿਹੜਾ ਸਹੀ ਕਰਮ ਜੀਵ ਕਰਦਾ ਸਰੀਰਕ ਤੌਰ ਤੇ, ਲੋਕ ਕਹਿੰਦੇ ਵੀ ਇਹ ਤਾਂ ਦੇਵਤਾ ਹੈ। ਸਾਧ ਕਰਮ ਜੋ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਨਰਕ ਕੁਰਤ ਜੇ ਜਗ ਮੈਂ ਕਰਹੀ, ਨਾਮ ਅਸੁਰ ਤਾਂ ਕੋ ਜਗ ਧਰਹੀ। ਖੋਟੇ ਕਰਮ ਕਮਾਉਣ ਵਾਲੇ ਨੂੰ ਆਪੇ ਲੋਕ ਰਾਖਸ਼ ਦੈਂਤ ਆਦਿ ਕਹਿ ਦਿੰਦੇ ਆ ਵੀ ਇਹ ਤਾਂ ਭੇੜੀਆ ਹੈ, ਬੰਦਾ ਥੋੜਾ। ਇਸ ਪ੍ਰਕਾਰ ਇਉਂ ਹੁਕਮ ਦੇ ਅੰਦਰ ਹੀ ਇੱਕ ਮਾੜੇ ਕਰਮ ਕਮਾ ਕੇ ਨੀਚ ਬਣਦੇ, ਉੱਤਮ ਬਣ ਜਾਂਦੇ ਹਨ। ਇੱਕ ਨਾ ਸੋ ਇਸ ਪ੍ਰਕਾਰ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਔਰ ਉਹਨਾਂ ਕਰਮਾਂ ਦੇ ਅਨੁਸਾਰ ਹੀ ਫਿਰ ਮਸਤਕ ਤੇ ਲੇਖ ਲਿਖੇ ਜਾਂਦੇ ਆ। ਪੂਰਬਲੇ ਜਨਮਾਂ ਜਿਹੜੇ ਕਰਮ ਕਮਾਏ ਹਨ ਉਹ ਲੇਖ ਭਾਗ ਬਣ ਕੇ ਮਸਤਕ ਤੇ ਲਿਖੇ ਗਏ ਹਨ। ਜੈਸੀ ਕਰਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ। ਇਸ ਪ੍ਰਕਾਰ ਹੁਕਮ ਦੁਆਰਾ ਲਿਖਿਆ ਗਿਆ ਦੁੱਖ ਤੇ ਸੁਖ, ਔਰ ਲਿਖੇ ਦੇ ਮੁਤਾਬਕ ਇਹ ਦੁੱਖ ਤੇ ਸੁਖ ਪ੍ਰਾਪਤ ਕਰਦੇ ਹਨ ਜੀਵ। ਇਤਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਭਵਾਈ ਹੈ। ਇਹ ਨਿਸ਼ਕਾਮ ਕਰਮਾਂ ਜਿਨ੍ਹਾਂ ਦੇ, ਉਹਨਾਂ ਦੇ ਉੱਪਰ ਹੁਕਮ ਦੁਆਰਾ ਹੀ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਲੇਖ ਪਿਆ ਹੁੰਦਾ ਬਖਸ਼ਿਸ਼ ਦਾ, ਉਹ ਬਖਸ਼ੀਸ਼ ਦੇ ਪਾਤਰ ਬਣਦੇ ਆ। ਤੇ ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਹੁਕਮੀ ਪ੍ਰਮਾਤਮਾ ਦੇ ਹੁਕਮ ਦੁਆਰਾ ਹੀ ਆਪਣੇ ਮਾੜੇ ਕਰਮਾਂ ਅਨੁਸਾਰ ਕਿਹੜੀਆਂ ਮੇੜੀ ਜੂਨਾਂ 'ਚ ਪਾ ਕੇ ਜੰਮਣ ਮਰਨ 'ਚ ਭਵਾਏ ਜਾਂਦੇ ਹਨ ਜੀ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਸਭ ਕੋਈ ਹਰੇਕ ਜੀਵ ਸਾਰੇ ਕਰਮ ਵਾਹਿਗੁਰੂ ਦੇ ਹੁਕਮ ਹੀ ਅੰਦਰ ਹਨ, ਔਰ ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਸਾਰੇ ਹੁਕਮ ਦੇ ਅੰਦਰ ਹੀ ਹਨ। ਨਾਨਕ ਹੁਕਮੈ ਜੇ ਬੁਝੈ ਤਾਹੁ ਮੈਂ ਕਹੇ ਨਾ ਕੋਏ। ਸਤਿਗੁਰੂ ਨਾਨਕ ਦੇਵ ਮਹਾਰਾਜ ਦੂਜੀ ਪੌੜੀ ਸੰਪੂਰਨ ਕਰਦੇ ਕਹਿੰਦੇ ਹਨ ਕਿ ਜੇ ਹੁਕਮ ਨੂੰ ਬੁੱਝ ਲਵੇ ਜੀਵ ਤਾਂ ਹਉਮੈ ਕਹੈ ਨਾ ਕੋਏ। ਤਾਂ ਕੋਈ ਵੀ ਹਉਮੈ ਵਾਲਾ ਫਿਕਰਾ ਨਹੀਂ ਬੋਲੇਗਾ, ਹਉਮੈ ਵਾਲਾ ਕੋਈ ਬਚਨ ਨਹੀਂ ਕਰੇਗਾ। ਇਸਨੇ ਹੁਕਮ ਨੂੰ ਨਹੀਂ ਬੁੱਝਿਆ, ਇਹ ਸਮਝ ਬੈਠਾ ਹੈ ਕਿ ਮੈਂ ਕੁਛ ਕਰਦਾ। ਜਦੋਂ ਚੰਗਾ ਕਰਮ ਹੋ ਜਾਂਦਾ ਨਾ ਉਦੋਂ ਮੈਂ ਹੰਕਾਰ ਕਰਦਾ। ਬਲਕਿ ਮਨੁੱਖ ਦੀ ਇਹ ਫਿਤਰਤ ਹੈ, ਮਾੜੇ ਕਰਮ ਕਰਕੇ ਵੀ ਹੰਕਾਰ ਕਰੀ ਜਾਂਦਾ। ਸਤਿਗੁਰੂ ਮਹਾਰਾਜ ਬਚਨ ਕਰਦੇ ਆ, ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆ। ਜਬ ਆਣਾ ਬਲਵੰਚ ਕਰ ਝੂਠ ਤਬ ਜਾਣੇ ਜਗ ਜਿਤੀਆ। ਐਸਾ ਬਾਜੀ ਸੰਸਾਰ ਨਾ ਚੇਤੈ ਹਰ ਨਾਮ, ਫਿਰ ਮੈਂ ਬਿਨਸਾ ਸਭ ਝੂਠ ਮੇਰੇ ਮਨ ਧਿਆਏ ਰਾਮ। ਕਰਮ ਨੇਫਲ ਕਮਾਉਂਦਾ, ਕਿਸੇ ਨਾਲ ਠੱਗੀ ਮਾਰ ਕੇ ਆਉਂਦਾ ਤੇ ਖੋਟੀ ਮੱਤ ਹੋਣ ਕਰਕੇ ਉਹਦਾ ਵੀ ਮਾਣ ਕਰਦਾ, ਵੇਖਿਆ ਮੈਂ ਚਲਾਕੀ ਨਾਲ ਫਲਾਣੇ ਨੂੰ ਠੱਗ ਲਿਆ, ਫਲਾਣੇ ਨੂੰ ਧੋਖਾ ਦਿੱਤਾ। ਮਾੜੇ ਕਰਮਾਂ ਦਾ ਵੀ ਹੰਕਾਰ ਕਰੀ ਜਾਂਦਾ। ਤੇ ਗੁਰੂ ਮਹਾਰਾਜ ਕਹਿੰਦੇ ਅਸਲ ਵਿੱਚ ਉਹ ਮਨੁੱਖ ਖੋਤੇ ਨੇ ਜਿਹੜੇ ਬਿਨਾਂ ਗੁਣਾਂ ਤੋਂ ਹੀ ਗਰਵ ਕਰ ਰਹੇ ਨੇ। ਹਰੇਕ ਜੀਵ ਦੇ ਅੰਦਰ ਗਰਵ ਹੈ, ਹੰਕਾਰ ਹੈ। ਔਰ ਹਜ਼ੂਰ ਕਹਿੰਦੇ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਵ ਕਰੰਤ। ਇੱਕ ਤਾਂ ਹੈ ਨਾ ਗੁਣ ਕਰਕੇ ਗਰਵ ਕਰਦਾ ਮਨੁੱਖ, ਤੇ ਬਿਨਾਂ ਗੁਣ ਤੋਂ ਵੀ ਗਰਵ ਕਰੀ ਜਾ ਰਿਹਾ। ਸੋ ਇਸ ਪ੍ਰਕਾਰ ਹੈ ਮਿੱਟੀ ਦਾ ਪੁਤਲਾ ਪਰ ਬੜਾ ਫੁੱਲਿਆ ਹੋਇਆ, ਹੰਕਾਰ ਕਰਦਾ। ਮੇਰੇ ਪਿਤਾ ਜੀ ਕਿਹਾ ਕਰਦੇ ਸੀ ਕਿ ਜਦੋਂ ਇਸ ਬੰਦੇ ਨੂੰ ਮਾਰ ਲਓ ਤੇ ਭੇਜਿਆ, ਇਹਦੇ ਕੰਨ 'ਚ ਰੱਬ ਨੇ ਇੱਕ ਫੂਕ ਮਾਰੀ ਆ ਕਿ ਤੇਰੇ ਨਾਲ ਵਧੀਆ ਅੱਗੇ ਕੋਈ ਨਹੀਂ ਗਿਆ, ਤੂੰ ਸਭ ਤੋਂ ਉੱਤੇ ਹੈ। ਮਤਲਬ ਇਹ ਹੰਕਾਰ ਇਹਦੇ ਅੰਦਰ ਭਰ ਗਿਆ ਕਿ ਮੇਰੇ ਵਰਗਾ ਕੋਈ ਨਹੀਂ, ਮੈਂ ਸਭ ਤੋਂ ਉੱਤੇ। ਮਾੜੇ ਕਰਮ ਕਮਾਉਂਦਾ ਵੀ ਆਪਣੇ ਆਪ ਨੂੰ ਚੰਗਾ ਹੀ ਸਮਝਦਾ, ਔਰ ਬਹਾਨੇ ਲੱਭਦਾ ਕਿ ਅੰਮ੍ਰਿਤ ਨਾ ਛਕਣਾ ਪਵੇ, ਕੇਸ ਦਾੜਾ ਨਾ ਰੱਖਣਾ ਪਵੇ, ਇਸ਼ਾਰਾ ਨਾ ਪਾਉਣਾ ਪਵੇ, ਇਸ਼ਨਾਨ ਵੀ ਨਾ ਕਰਨਾ ਪਵੇ। ਫਿਰ ਵੀ ਲੋਕ ਮੈਨੂੰ ਕਹਿਣ ਵੀ ਤੁਸੀਂ ਚੰਗੇ ਹੀ, ਸਾਡੇ ਨਾਲ ਤੁਸੀਂ ਚੰਗੇ ਹੀ ਹੋ, ਸਾਨੂੰ ਚੰਗਾ ਹੀ ਕਹਿਣ, ਕੋਈ ਵੀ ਮਾੜਾ ਕਹਾ ਕੇ ਖੁਸ਼ ਨਹੀਂ। ਔਰ ਇਸ ਪ੍ਰਕਾਰ ਇਉਂ ਉੱਥੇ ਸੱਜਣਾ ਨੇ ਅਮਰੀਕਾ 'ਚ ਰੌਲਾ ਪਾਇਆ ਵੀ ਸਾਨੂੰ ਕੋਈ ਵੀ ਮੌਕਾ ਦਿੱਤਾ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਸੈਕਟਰੀ ਪ੍ਰਧਾਨ ਬਣਨ ਦਾ। ਮੈਂ ਕਿਹਾ ਤੁਸੀਂ ਆਪ ਤੇ ਗੁਰੂ ਦੇ ਸਿੱਖ ਬਣੇ ਹੀ ਨਹੀਂ, ਤੇ ਜਦੋਂ ਮੋਨਾ ਹੀ ਬੰਦਾ ਸੈਕਟਰੀ ਬਣਾ ਦਿਓਗੇ ਉਹ ਕੀ ਕਹੇਗਾ? ਅੰਮ੍ਰਿਤ ਸੰਚਾਰ ਬਾਰੇ ਬੋਲ ਸਕੇਗਾ? ਇਸ ਤਰ੍ਹਾਂ ਬੋਲੇਗਾ ਵੀ ਅੰਮ੍ਰਿਤ ਛਕਣਾ ਫਲਾਣੀ ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ, ਆ ਜਾਓ। ਕੋਈ ਪੁੱਛੇਗਾ ਆਪ ਤਾਂ ਅੰਮ੍ਰਿਤ ਛਕਿਆ ਨਹੀਂ ਪਿਆ। ਇਉਂ ਚੌਧਰਤਾ ਪ੍ਰਧਾਨਤਾ ਲੈਣ ਵਾਸਤੇ ਸਾਰੇ ਇਸੇ ਅੱਗੇ ਹੋ ਜਾਂਦੇ ਹਨ, ਪਰ ਸਿੱਖੀ ਕਮਾਉਣ ਨੂੰ ਤਿਆਰ ਨਹੀਂ ਹਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਹਉਮੈ ਦਾ ਇੱਕ ਰੂਪ ਹੈ। ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਦਿੱਤਾ। ਇੱਕ ਵਾਰੀ ਮਹਾਤਮਾ ਪੜ੍ਹਾਉਂਦੇ ਸੀ ਵਿਦਿਆਰਥੀਆਂ ਨੂੰ, ਤਾਂ ਸਿੰਘਾਂ ਨੂੰ ਕਹਿਣ ਲੱਗੇ ਤੁਹਾਨੂੰ ਹਉਮੈ ਦਾ ਰੂਪ ਵਿਖਾਈਏ। ਕਹਿਣ ਲੱਗੇ ਵਿਖਾਓ। ਉਹਨਾਂ ਦੇ ਕੋਲ ਇੱਕ ਵਿਦਿਆਰਥੀ ਦਾ ਜਿਹੜਾ ਲੱਤੋਂ ਲੱਗਾ ਸੀ, ਤੇ ਉਹਨੂੰ ਕਈ ਵਾਰੀ ਛੇੜਦੇ ਮਖੌਲ ਕਰ ਦਿੰਦੇ ਸੀ। ਵੈਸੇ ਕਿਸੇ ਲੱਗੇ ਨੂੰ ਜਾਂ ਅੱਖ ਤੋਂ ਕਾਣਾ ਹੋਵੇ ਜਾਂ ਬਾਂਹ ਨਾ ਹੋਵੇ, ਮਖੌਲ ਨਹੀਂ ਕਰਨਾ ਚਾਹੀਦਾ। ਰੱਬ ਵੱਲੋਂ ਆਂਘੀਣਾ ਹੋਵੇ ਕਿਸੇ ਦਾ, ਤਾਂ ਸਾਡੇ ਪੰਥ 'ਚ ਲੱਤੋਂ ਲੱਗੇ ਨੂੰ ਸਚਾਲਾ ਕਹਿੰਦੇ ਆ, ਜਿਹੜਾ ਅੱਖ ਤੋਂ ਕਾਣਾ ਨੂੰ ਲੱਖ ਨੇਤਰਾ ਕਹਿੰਦੇ ਆ, ਬਾਂਹ ਇੱਕ ਵਾਲੇ ਨੂੰ ਲੱਖ ਬਾਹਾਂ ਕਿਹਾ ਜਾਂਦਾ ਵੀ ਇਹਦਾ ਦਿਲ ਨਾ ਦੁਖੇ। ਇਸ ਪ੍ਰਕਾਰ ਚੰਗੇ ਲਫ਼ਜ਼ ਬੋਲਣੇ ਚਾਹੀਦੇ ਨੇ। ਪਰ ਉਹ ਕਈਆਂ ਦਾ ਸੁਭਾਅ ਦਾ ਮਖੌਲ ਵਗੈਰਾ ਕਰ ਦਿੰਦੇ ਸੀ, ਜਾਂ ਕੋਈ ਉਹਨੇ ਪੁੱਠਾ ਸਿੱਧਾ ਕੰਮ ਕਰਨਾ, ਉਹਨੂੰ ਕਹਿਣਾ ਲੰਗਿਆ ਕੀ ਕੀਤਾ ਜੀ। ਉਹਨੂੰ ਇੱਕ ਦਿਨ ਦਾ ਸਾਰੇ ਵਿਦਿਆਰਥੀ ਨੂੰ ਇਕੱਠੇ ਕਰਕੇ ਸੰਤ ਕਹਿਣ ਲੱਗੇ ਵੀ ਇਹ ਚਿਰਾਕਾਸ਼ ਜੀ ਨੇ, ਮਹਾਂਪੁਰਸ਼ ਨੇ,
ਇਹਨਾਂ ਨੂੰ ਰੋਜ਼ ਸਵੇਰੇ ਫਤਿਹ ਬੁਲਾਇਆ ਕਰੋ, ਇਹ ਬੜੇ ਬੰਦਗੀ ਵਾਲੇ ਗੁਰਮੁਖ। ਉਹ ਸਾਰੇ ਸਨਮਾਨ ਕਰਨ ਲੱਗ ਪਏ, ਮਹੀਨਾ ਕਿਸ ਤਰ੍ਹਾਂ ਵਡਿਆਈ ਕਰਾਈ, ਰੋਜ਼ ਸਾਰੇ ਫਤਿਹ ਬੁਲਾਉਣੇ। ਤੇ ਮਹੀਨੇ ਬਾਅਦ ਸੰਤ ਉਸ ਤੋਂ ਚੋਰੀ ਬਾਕੀ ਵਿਦਿਆਰਥੀ ਨੂੰ ਕਹਿਣ ਲੱਗੇ ਹੁਣ ਫਿਰ ਜਰਾ ਕਿ ਛੇੜੇ ਉਸ ਨੂੰ, ਤੇ ਹੁਣ ਫਤਿਹ ਬੁਲਾਉਣਾ ਕੋਈ ਵੀ ਜਾਏ। ਜਦੋਂ ਨਾ ਗਏ ਤੇ ਫਿਰ ਆਪ ਸ਼ਿਕਾਇਤ ਲਾਉਣ ਆ ਗਿਆ ਜੀ ਤੁਸੀਂ ਤਾਂ ਮੇਰਾ ਇੰਨਾ ਸਤਿਕਾਰ ਕਰਦੇ, ਤੁਸੀਂ ਕਿਹਾ ਸੀ ਸਾਰੇ ਫਤਿਹ ਬੁਲਾਇਆ ਕਰੋ, ਤੇ ਹੁਣ ਹਟ ਕੇ ਮੈਨੂੰ ਫਤਿਹ ਨਹੀਂ ਕੋਈ ਬੁਲਾਉਂਦਾ। ਉਹ ਫਿਰ ਸੰਤ ਹੱਸ ਕੇ ਕਹਿਣ ਲੱਗੇ ਭਈ ਸਚਾਲਾ ਜੀ ਹੈ ਤੇ ਤੁਸੀਂ ਉਹੋ ਹੀ ਪਹਿਲਾਂ ਵਾਲੇ, ਅਸੀਂ ਮਹੀਨੇ ਕੁ ਵਾਸਤੇ ਤੁਹਾਨੂੰ ਤਾਂ ਚੜਾਇਆ ਸੀ ਥੋੜਾ ਜਿਹਾ, ਤੇ ਤੁਸੀਂ ਚੜ ਬੈਠੇ ਵੀ ਹੁਣ ਥੱਲੇ ਨਹੀਂ ਉਤਰਨਾ। ਨਹੀਂ ਥੱਲੇ ਉਤਰੋ, ਜਿੱਦਾਂ ਦੇ ਦੂਜੇ ਉਦਾਂ ਦੇ ਤੁਸੀਂ, ਉਹ ਖਾਸ ਨਹੀਂ ਤੁਸੀਂ ਹੈਗੇ। ਸੋ ਇਸ ਪ੍ਰਕਾਰ ਸੰਤ ਕਹਿਣ ਲੱਗ ਪਏ ਲੋਕ, 10 5 20 100 200 400 ਬੰਦਾ ਮੈਨੂੰ ਸੰਤ ਕਹੇ, ਮੈਨੂੰ ਤੇ ਆਪਣੇ ਬਾਰੇ ਤੋਲਣਾ ਚਾਹੀਦਾ ਨਾ ਵੀ ਮੈਂ ਸੰਤ ਹੈ ਨਹੀਂ, ਪਰ ਉਹ ਲੋਕਾਂ ਦੇ ਕਹਿਣ ਕਰਕੇ ਬੜੇ ਲੋਕ ਐਸੇ ਜਿਹੜੇ ਸੰਤ ਬਣ ਕੇ ਬਹਿ ਗਏ। ਸੋ ਗੁਰੂ ਕੇ ਪਿਆਰਿਓ, ਇਉਂ ਕਹਿਣ ਨਾਲ ਸੰਤ ਨਹੀਂ ਕੋਈ ਬਣ ਜਾਂਦਾ, ਇਹ ਇੱਕ ਆਤਮਿਕ ਅਵਸਥਾ ਹੈ। ਹਉਮੈ ਹੰਕਾਰ ਮਨੁੱਖ ਦੇ ਅੰਦਰ ਇਸ ਤਰ੍ਹਾਂ ਵਧੀ ਜਾਂਦਾ, ਕਿਸੇ ਗੁਣ ਦਾ, ਕਲਾ ਦਾ, ਵਿਦਿਆ ਦਾ, ਜਾਂ ਲੋਕਾਂ ਦੀ ਫਲਾਉਣੀ ਨਾਲ, ਜਾਂ 4 ਕੌਡੀਆਂ ਆ ਜਾਣ ਤੇ ਉਹ ਵੱਡਾ ਬਣ ਪੈਂਦਾ। ਸੋ ਇਸ ਪ੍ਰਕਾਰ ਜੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਏ ਜੀਵ, ਫਿਰ ਨਹੀਂ ਹਉਮੈ ਵਾਲਾ ਕੋਈ ਬਚਨ ਕਰਦਾ, ਫਿਰ ਹਉਮੈ ਦੇ ਅੰਦਰੋਂ ਨਹੀਂ ਬੋਲ ਸਕਦੀ। ਜੋ ਅੰਦਰ ਆ ਉਹ ਮਨੁੱਖ ਦੀ ਜ਼ੁਬਾਨ ਤੋਂ ਬੋਲਦਾ ਹੈ, ਪਰ ਜਿਸ ਦੇ ਅੰਦਰ ਹਉਮੈ ਨਾ ਰਹੇ ਉਹ ਕਿਵੇਂ ਹਉਮੈ ਵਾਲਾ ਬਚਨ ਕਰੇਗਾ। ਇਸ ਪ੍ਰਕਾਰ ਜਿਹਨੇ ਹੁਕਮ ਨੂੰ ਬੁੱਝ ਲਿਆ ਉਹ ਹੰਕਾਰ ਵਾਲਾ ਬਚਨ ਨਹੀਂ ਬੋਲਦਾ। ਇਉਂ ਸਤਿਗੁਰੂ ਮਹਾਰਾਜ ਨੇ ਇੱਥੇ ਦੂਜੀ ਪੌੜੀ ਸੰਪੂਰਨ ਕੀਤੀ ਹੈ। ਦਾਸ ਪਾਸੋਂ ਅੱਜ ਦੇ ਦੀਵਾਨ 'ਚ ਹੋਈਆਂ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।